पंजाब ही एक ऐसा होएगा जिथे आप कह सकते हैं भी दरिया की अपनी जमीन नहीं तो दरिया की जमीन नहीं फिर दरिया कितने वगदा पिया ते दरिया की जमीन कितने चली गई। वोट राजनीति की भेट चढ़ गया दरिया भी। दरिया की जिन्नी भी जमीन सीगी सेंटर गवर्नमेंट ने पंजाब गवर्नमेंट ने पक्की कर दी है। लोगों के नाम के उत्ते रजिस्ट्रियां हो गई। जे इन्होंने रजिस्ट्रियां ही करनिया वा घट्टो घट्ट इहदा खेत्रफल तो तय कर देंगे। लुधियाने का गंदा पानी लिया वा थोड़े फरीदकोट नूं पिआउण नूं। तुसीं खुल के नहीं बोलते पे भी प्रशासन की मिली भुगत ते लीडरां दी घेरा फेरी। जे तां तुसीं मखू साहब इहनूं पूजा का स्थान बनाउणा भी जिद्दां असीं पूजणा फिर तो रहने दो विंगा टिंगाई। ते जे अज दे युग विच तुसीं चलना ते फिर इहनूं सिद्धा कर लो। तुहाडे कहण तो भाव जिहड़ी माइनिंग चलदी वे ਚੱਲਣ ਦਈਏ ते गॉड गिफ्ट आ ਉਹਨੂੰ ਵੇਚਣ ਦਾ ਹੱਕ ਸਰਕਾਰਾਂ ਨੂੰ ਕਾਹਦਾ ਹੈਗਾ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲਬਾਤ ਸਾਹਮਣੇ ਆਈ ਹੈ ਕਿ ਸਤਲੁਜ ਦਰਿਆ ਦੀ ਆਪਣੀ ਜ਼ਮੀਨ ਨਹੀਂ। ਜਦੋਂ ਇਹ ਗੱਲ ਸਮਾਜ ਦੇ ਅੰਦਰ ਆਈ ਤੇ ਇੱਕਦਮ ਸ਼ੋਰ ਸ਼ਰਾਬਾ ਹੋਇਆ ਵੀ ਦਰਿਆ ਦੀ ਆਪਣੀ ਜ਼ਮੀਨ ਕਿਉਂ ਨਹੀਂ, ਦਰਿਆ ਦੀ ਆਪਣੀ ਜ਼ਮੀਨ ਕਿੱਥੇ ਚਲੀ ਗਈ। ਜੇ ਦਰਿਆ ਦੀ ਆਪਣੀ ਜ਼ਮੀਨ ਨਹੀਂ ਤੇ ਦਰਿਆ ਕਿਹਦੀ ਜ਼ਮੀਨ ਦੇ ਵਿੱਚੋਂ ਵਹਿ ਰਿਹਾ। ਸੋ ਇਹ ਚੀਜ਼ ਬੜਾ ਹੈਰਾਨ ਕਰ ਦੇਣ ਵਾਲੀ ਸੀ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਦਰਿਆ ਦਾ ਬਹੁਤ ਵੱਡਾ ਏਰੀਆ ਹੁੰਦਾ ਹੈ, ਦਰਿਆ ਦਾ ਬਹੁਤ ਵੱਡਾ ਰਕਬਾ ਹੁੰਦਾ ਹੈ, ਕਿਉਂਕਿ ਦਰਿਆ ਮੈਨ ਮੇਡ ਨਹੀਂ, ਇਹ ਗੌਡ ਮੇਡ ਹੈ। ਇਹ ਕਿਤੇ ਵੀ ਜਾ ਕੇ ਵਗ ਸਕਦਾ ਹੈ। ਕਈ ਵਾਰੀ ਕਿਸੇ ਜਗ੍ਹਾ ਤੇ ਵਗਦਾ ਹੁੰਦਾ ਹੈ ਤੇ ਕਈ ਵਾਰੀ ਉਸ ਤੋਂ 2 ਮੀਲ ਪਰਾਂ ਜਾ ਕੇ ਵਗਣ ਲੱਗ ਪੈਂਦਾ, ਕਿਉਂਕਿ ਇਹ ਗੌਡ ਮੇਡ ਹੈ, ਆਪਣਾ ਰਾਹ ਆਪ ਤਿਆਰ ਕਰਦਾ ਹੈ। ਪਰ ਬੜੀ ਕਮਾਲ ਦੀ ਗੱਲ ਹੈ, ਪਿਛਲੇ ਦਿਨਾਂ ਦੇ ਅੰਦਰ ਇਹ ਖਬਰ ਬੜੀ ਸਾਹਮਣੇ ਆ ਗਈ ਕਿ ਸਤਲੁਜ ਦਰਿਆ ਦੀ ਆਪਣੀ ਜ਼ਮੀਨ ਨਹੀਂ ਤੇ ਸਤਲੁਜ ਦਰਿਆ ਦੀ ਜ਼ਮੀਨ ਗਈ ਕਿੱਥੇ, ਕਿਹਦੀ ਮਿਲੀ ਭੁਗਤ ਦੇ ਨਾਲ ਗਈ ਹੈ। ਜੇ ਸਤਲੁਜ ਦਰਿਆ ਦੀ ਆਪਣੀ ਜ਼ਮੀਨ ਨਹੀਂ ਤੇ ਕਿਹਦੀ ਜ਼ਮੀਨ ਵਿੱਚ ਦਰਿਆ ਵਹਿ ਰਿਹਾ। ਇਹ ਮਾਮਲਾ ਬੜਾ ਗੰਭੀਰ ਸੀ। ਆਓ ਇਸ ਮਾਮਲੇ ਦੇ ਉੱਪਰ ਦਰਿਆ ਦੇ ਕੰਢੇ ਤੇ ਰਹਿਣ ਵਾਲੇ, ਦਰਿਆ ਦੇ ਜਾਣੂ, ਦਰਿਆ ਦੇ ਪਾਣੀਆਂ ਦੇ ਤਾਰੂ, ਦਰਿਆ ਦੇ ਮਾਮਲਿਆਂ ਨੂੰ ਉਛਾਲਣ ਵਾਲੇ ਵੀਰ ਸੁਖਜੀਤ ਸਿੰਘ ਖੋਸਾ ਸਾਡੇ ਨਾਲ ਨੇ ਤੇ ਅਕਾਲ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਆਵਾਜ਼ ਦੁਨੀਆ ਤੱਕ ਲੈ ਕੇ ਜਾਵਾਂਗੇ ਤੇ ਤੁਹਾਨੂੰ ਦੱਸਦੇ ਹਾਂ ਵੀ ਸਤਲੁਜ ਦਰਿਆ ਦੀ ਜ਼ਮੀਨ ਕਿੱਥੇ ਆ। ਆਓ ਸਭ ਤੋਂ ਪਹਿਲਾਂ ਵੀਰ ਜੀ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਅੰਦਰ ਇੱਕ ਗੱਲ ਬੜੀ ਸਾਹਮਣੇ ਆਈ ਹੈ ਵੀ ਸਤਲੁਜ ਦਰਿਆ ਦੀ ਆਪਣੀ ਜ਼ਮੀਨ ਹੀ ਨਹੀਂ। ਇਹ ਵੈਸੇ ਮੇਰੇ ਖਿਆਲ ਭਾਰਤ ਦੇ ਵਿੱਚ ਸ਼ਾਇਦ ਪੰਜਾਬ ਹੀ ਇੱਕ ਐਸਾ ਹੋਏਗਾ ਜਿੱਥੇ ਆਪਾਂ ਕਹਿ ਸਕਦੇ ਹਾਂ ਵੀ ਦਰਿਆ ਦੀ ਆਪਣੀ ਜ਼ਮੀਨ ਨਹੀਂ ਤੇ ਦਰਿਆ ਦੀ ਜ਼ਮੀਨ ਨਹੀਂ ਫਿਰ ਦਰਿਆ ਕਿੱਥੇ ਵਗਦਾ ਪਿਆ ਤੇ ਦਰਿਆ ਦੀ ਜ਼ਮੀਨ ਕਿੱਥੇ ਚਲੀ ਗਈ। ਦੇਖੋ ਦਰਿਆ ਦੀ ਜ਼ਮੀਨ ਸੀ ਤੇ ਨਹੀਂ, ਪਹਿਲਾਂ ਸੀ ਹੁਣ ਨਹੀਂ। ਇਹਦਾ ਮਤਲਬ ਸੀ ਪਹਿਲਾਂ ਸੀ, ਪਹਿਲਾਂ ਹੈਗੀ ਸੀ, ਹਾਂ, ਹੁਣ ਨਹੀਂ ਹੈ। ਹੁਣ ਨਹੀਂ। ਇਹ ਕੀ ਚੱਕਰ ਕੀ ਹੈ ਵੀ ਪਹਿਲਾਂ ਸੀ ਵੀ ਹੈਗੀ ਸੀ, ਹਾਂ, ਹੁਣ ਜ਼ਮੀਨ ਕਿੱਥੇ ਚਲੀ ਗਈ। ਇਹ ਵੋਟ ਰਾਜਨੀਤੀ ਦੀ ਭੇਟ ਚੜ ਗਿਆ ਦਰਿਆ ਵੀ। ਭੂ ਮਾਫੀਆ ਸੁਣਿਆ ਸੀ, ਹਾਂ, ਦਵਾਈਆਂ ਦੇ ਵਿੱਚ ਮਾਫੀਆ ਸੁਣਿਆ ਸੀ, ਹਾਂ, ਹਰ ਚੀਜ਼ ਵਿੱਚ ਮਾਫੀਆ ਸੁਣਿਆ ਸੀ, ਸਕੂਲ ਦੇ ਵਿੱਚ ਮਾਫੀਆ ਸੁਣਿਆ ਸੀ, ਪ੍ਰਾਈਵੇਟ ਅਦਾਰੇ ਜਿਹੜੇ ਇੱਕ ਮਾਫੀਆ ਕੰਮ ਕਰਦਾ ਪਿਆ ਤੇ ਇਹ ਦਰਿਆ ਮਾਫੀਆ ਇਹ ਕੀ ਹੈ। ਦੇਖੋ ਜੀ, ਦਰਿਆ ਦੀ ਜਿੰਨੀ ਵੀ ਜ਼ਮੀਨ ਸੀਗੀ ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਪੱਕੀ ਕਰ ਦਿੱਤੀ ਹੈ। ਹਾਂ, ਲੋਕਾਂ ਦੇ ਨਾਂ ਦੇ ਉੱਤੇ ਰਜਿਸਟਰੀਆਂ ਹੋ ਗਈਆਂ ਦਰਿਆ ਦੀ ਜ਼ਮੀਨ ਦੀਆਂ, ਦਰਿਆ ਦੀਆਂ, ਕੱਲੇ ਸਤਲੁਜ ਦੀਆਂ ਨਹੀਂ, ਬਿਆਸ ਦੀਆਂ ਵੀ ਹੋਈਆਂ ਪਈਆਂ। ਹਾਂ, ਉੱਥੇ ਚਲੋ ਅੱਜ ਇਦਾਂ ਹੀ ਤੁਸੀਂ ਇੱਥੋਂ ਜਾਂਦੇ ਜਾਂਦੇ ਰਸਤੇ 'ਚ ਦੇਖ ਲਿਓ ਕਣਕਾਂ ਹਾਂ, ਖੜੀਆਂ ਨੇ ਮਾਰਦੀਆਂ ਲਹਿ ਲਹਿਰਾਉਂਦੀਆਂ। ਜਿੰਨੇ ਕੁ ਥਾਂ ਵਿੱਚ ਦੀ ਪਾਣੀ ਵਗਦਾ ਉਨਾ ਹੀ ਛੱਡਿਆ ਵਾ, ਬਾਕੀ ਸਾਰੇ 'ਚ ਕਣਕ ਹੈ। ਜੇ ਦਰਿਆ ਦੀ ਜ਼ਮੀਨ ਹੈ ਤਾਂ ਫਿਰ ਕਣਕ ਕਿਉਂ ਬੀਜੀ ਬਈ ਜੀ। ਜਿੱਥੋਂ ਮਰਜ਼ੀ ਚੱਲ ਕੇ ਛਜਰਾ ਲੈ ਆਓ, ਪਟਵਾਰੀ ਲੈ ਆਓ, ਗੁਰਦੌਰ ਲੈ ਆਓ, ਜ਼ਮੀਨ ਸਤਲੁਜ ਦੀ ਨਹੀਂ ਹੋਊਗੀ, ਉਹਦੇ ਮਾਲਕ ਹੋਣਗੇ। ਈਵਨ ਕਿ ਜਿਹੜਾ ਪਾਣੀ ਵਗਦਾ ਉਹ ਵੀ ਮਾਲਕੀ 'ਚ ਹੀ ਵਗਦਾ, ਲੋਕਾਂ ਦੀ ਮਾਲਕੀ 'ਚ ਵਗਦਾ। ਅੱਜ ਦੀ ਦਰਿਆ ਦਾ ਪਾਣੀ ਮਾਲਕੀ 'ਚ, ਅੱਜ ਦੀ ਡੇਟ ਵਿੱਚ ਮਾਲਕੀ ਵਿੱਚ ਵਗਦਾ। ਕੋਈ ਵੀ ਅਜਿਹਾ ਥਾਂ ਨਹੀਂ ਹੋਊਗਾ, ਕੋਈ ਨੰਬਰ ਇਹੋ ਜਿਹਾ ਨਹੀਂ ਹੋਣਾ ਜਿਹੜਾ ਕਿ ਦਰਿਆ ਦਾ ਆਪਣਾ ਹੋਵੇ। ਅਸੀਂ ਉਦੋਂ ਵੀ ਇਹ ਗੱਲ ਕਹੀ ਸੀ, ਸਾਨੂੰ ਤਾਂ ਚਲੋ ਸਰਕਾਰਾਂ ਨੇ ਬਾਅਦ ਵਿੱਚ ਜੇਲ੍ਹ ਸੱਟ ਦਿੱਤਾ ਜਾਂ ਦੂਜਾ ਤੀਜਾ ਬੜਾ ਕੁਝ ਹੋ ਗਿਆ। ਆਪਾਂ ਉਦੋਂ ਵੀ ਇਹ ਗੱਲ ਕਰਦੇ ਸੀ ਤੇ ਅੱਜ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਰਦੇ ਹਾਂ ਕਿ ਕਮ ਸੇ ਕਮ ਜਲੰਧਰ DC ਦੇ ਜਿਹੜਾ ਏਰੀਏ 'ਚ ਆਉਂਦਾ ਵਾ ਤੁਹਾਡੇ ਚੈਨਲ ਰਾਹੀਂ ਆਪਾਂ ਸ਼ਰੇਆਮ ਇਹ ਗੱਲ
ਚੈਲੰਜ ਕਰਕੇ ਉਹਨਾਂ ਨੂੰ ਕਹਿੰਦੇ ਆ ਜਿਹੜੇ ਮੌਜੂਦਾ ਆ ਕਿ ਸਾਨੂੰ ਇਹਦਾ ਦਰਿਆ ਦਾ ਏਰੀਆ ਦੱਸੋ ਕਿੰਨਾ ਆ। ਨਿਸ਼ਾਨੀ ਲਾ ਦਿਓ ਵੀ ਇੱਥੋਂ ਤੱਕ 10 ਫੁੱਟ 5 ਫੁੱਟ 20 ਫੁੱਟ 50 ਫੁੱਟ 1000 ਫੁੱਟ ਕਿੰਨਾ ਵਾ। ਉਹਨਾਂ ਫਿਰ ਉਹਨੇ ਪਤਾ ਤਾਂ ਲੱਗੇ। ਮੈਨੂੰ ਬੜੀ ਹਾਸਾ ਹੋਣੀ ਹੈ ਗੱਲ ਹੋਈ ਵੀ ਅਸੀਂ ਕਿਸੇ ਪ੍ਰੋਗਰਾਮ 'ਚ ਗਏ ਤੇ ਸਾਡੇ ਕੋਈ ਚੰਗੇ ਸੱਜਣ ਸੀ ਤੇ ਕਹਿੰਦੇ DC ਆ ਗਿਆ, ਕਹਿੰਦਾ ਜੀ ਤੁਸੀਂ ਇੱਥੇ ਦਰਿਆ ਵਿੱਚ ਇਹ ਸਾਡਾ ਵਾ ਦਰਿਆ ਦਾ ਏਰੀਆ। ਉਹ ਕਹਿੰਦਾ DC ਸਾਹਿਬ ਸਾਨੂੰ ਦੱਸੋ ਤੁਹਾਡਾ ਦਰਿਆ ਹੈ ਕਿੱਥੇ ਆ? ਇਹ ਜ਼ਮੀਨਾਂ ਸਾਡੀਆਂ ਵਾ, ਰਜਿਸਟਰੀਆਂ ਹੋਈਆਂ ਨੇ, ਰਜਿਸਟਰੀਆਂ ਹੋਈਆਂ, ਪੱਕੀਆਂ ਕਰਵਾਈਆਂ ਨੇ। ਬੱਲੇ 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 ਬੱਲੇ। ਜੇ ਅੱਜ ਵੇਖੋ ਕੋਈ ਸੰਤ ਮਹਾਂਪੁਰਸ਼ ਵਿਚਾਰੇ ਲੱਗੇ ਹੋਏ ਆ, ਮਿੱਟੀ ਢੋਣ ਲੱਗੇ ਹੋਏ ਆ, ਪਰ ਉਹਨਾਂ ਕੋਈ ਫਰਕ ਪੈਣ ਬਹੁਤਾ ਅੱਛੀ ਗੱਲ ਆ ਜਿਹੜੇ ਕਰ ਰਹੇ ਆ, ਪਰ ਜਿੰਨਾ ਚਿਰ ਉਹਦਾ ਡਿਸਾਈਡ ਨਹੀਂ ਹੁੰਦਾ। ਇੱਕ ਮੈਂ ਤੁਹਾਡੀ ਇਹ ਗੱਲ ਸੁਣ ਰਿਹਾ ਸੀਗਾ ਕਿ ਕੀ ਤੁਸੀਂ ਕਹਿ ਰਹੇ ਸੀ ਕਿ ਦਰਿਆ ਗੋਡ ਮੇਡ ਪਰਮਾਤਮਾ ਕੁਦਰਤੀ ਪਰਮਾਤਮਾ ਵੱਲੋਂ ਹੁੰਦਾ, ਪਰ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹੈਗਾ। ਅੱਜ ਦੇ ਜਿਹੜਾ ਤਕਨੀਕ ਦਾ ਯੁੱਗ ਆ ਨਾ, ਇਹਦੇ ਉੱਤੇ ਗੋਡ ਮੇਡ ਰੱਖਣਾ ਸਾਡੀ ਮਰੀ ਹੋਈ ਮਾਨਸਿਕਤਾ ਦਾ ਪ੍ਰਤੀਕ ਆ। ਜੇ ਸਰਕਾਰਾਂ ਵੀ ਇਹਨੂੰ ਗੋਡ ਮੇਡ ਹੀ ਸਮਝੀ ਜਾਂਦੀਆਂ ਤੇ ਜੀ ਬਾਹਰਲੇ ਦੇਸ਼ਾਂ 'ਚ ਤੁਸੀਂ ਜਾਣਦੇ ਹੋ ਦਰਿਆ ਸਿੱਧੇ ਕਰਤੇ, ਪੱਕੇ ਕਰਤੇ। ਜੇ ਇਹਨਾਂ ਨੇ ਰਜਿਸਟਰੀਆਂ ਹੀ ਕਰਨੀਆਂ ਵਾ, ਘੱਟੋ ਘੱਟ ਇਹਦਾ ਖੇਤਰਫਲ ਤਾਂ ਤੈਅ ਕਰ ਦਿੰਦੇ, 1000 ਫੁੱਟ 2000 ਫੁੱਟ 2000 ਮੀਟਰ 1000 ਮੀਟਰ ਇੰਨਾ ਮੀਟਰ ਦਰਿਆ ਵਾ, ਉਹਨੇ ਨੂੰ ਸਿੱਧਾ ਕਰਕੇ 50-60 ਫੁੱਟ ਡੂੰਘਾ ਕਰਕੇ ਉਹਨੂੰ ਪੱਕਿਆਂ ਕਰਕੇ ਸਿੱਧਾ ਕਰ ਦਿੰਦੇ। ਪਾਣੀ ਤਾਂ ਬੁੱਢੇ ਨਲੇ ਦਾ ਹੀ ਲੈ ਕੇ ਆਉਣਾ, ਲੁਧਿਆਣੇ ਦਾ ਗੰਦਾ ਪਾਣੀ ਲਿਆਉਣਾ ਵਾ ਤੁਹਾਡੇ ਫਰੀਦਕੋਟ ਨੂੰ ਪਿਆਉਣ ਨੂੰ, ਗੰਗਾਨਗਰ ਨੂੰ ਪਿਆਉਣ ਨੂੰ ਗੰਦਾ ਪਾਣੀ ਲੈ ਕੇ ਆਉਣਾ। ਸਾਨੂੰ ਤਾਂ ਕੋਈ ਚੀਜ਼ ਕਰਨਾ ਨਹੀਂ ਹੈਗਾ। ਜੇ ਚਿੱਟੀ ਵਹੀ ਆ ਸਾਡੀ, ਉਹ ਵੀ ਸਭ ਫਸਲਾਂ ਲੈ ਲਾਉਂਦੀਆਂ ਤੇ ਤੁਹਾਡੇ ਕੁੜਤੇ ਵਰਗਾ ਪਾਣੀ ਤੁਰਿਆ ਆਉਂਦਾ, ਉਹੀ ਲੋਕ ਪੀ ਜਾਂਦੇ ਆ। ਮਸਲਾ ਵਾ ਕਿ ਅੰਨੀ ਪੀਂਦੀ ਆ, ਕੁੱਤਾ ਚੱਟਦਾ ਵਾ, ਚੋਰਾਂ ਨਾਲ ਕੁੱਤੀ ਰਲੀ ਹੋਈ ਆ। ਤੇ ਦਰਿਆਵਾਂ ਦੀਆਂ ਜਿਹੜੀਆਂ ਕੁਦਰਤੀਆਂ, ਜਿਹਨੂੰ ਅਸੀਂ ਗੋਡ ਮੇਡ ਕਹਿੰਦੇ ਆ, ਕੁਦਰਤੀ ਰੱਬ ਦੀਆਂ ਇਹ ਬਣਾਈਆਂ ਹੋਈਆਂ ਨੇ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ, ਪਵਨ ਗੁਰੂ ਪਾਣੀ ਪਿਤਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਦਿੱਤੀਆਂ ਨੇ ਨਿਆਮਤ। ਤੇ ਉਹ ਨਿਆਮਤਾਂ ਦਾ ਵਹਾਅ ਦਾ ਜਿਹੜਾ ਹਿੱਸਾ ਵਾ, ਉਹ ਵੋਟ ਰਾਜਨੀਤੀ ਦੀ ਭੇਟ ਚੜ੍ਹ ਕੇ ਉਹ ਸਾਰਾ ਵੇਚ ਦਿੱਤਾ ਗਿਆ। ਮੈਂ ਕਹੂੰਗਾ ਉਹਦੇ ਪੈਸੇ ਲੈ ਲਿਆ, ਕਿਸ਼ਤਾਂ ਭਰ ਕੇ ਲੋਕਾਂ ਨੇ ਪੱਕੀਆਂ ਕਰਾ ਲਈਆਂ ਜ਼ਮੀਨਾਂ। ਤੇ ਹੁਣ ਉੱਥੇ ਜਾ ਕੇ ਇਦਾਂ ਕਈ ਦਾ ਟੱਪ ਵੀ ਮਾਰ ਕੇ ਖਾਓ, ਅਗਲਾ ਕਹਿੰਦਾ ਮੇਰੀ ਜ਼ਮੀਨ ਹੈ, ਤੂੰ ਕਿੱਧਰ ਤੁਰਿਆ ਫਿਰਦਾ ਬਈ। ਤੇ ਹੜ੍ਹ ਨਾ ਆਉਣਗੇ, ਹੋਰ ਕੀ ਹੋਊਗਾ ਜੀ। ਜਿਵੇਂ ਤੁਸੀਂ ਦੱਸਿਆ ਵੀ ਦਰਿਆ ਹੁਣ ਗੋਡ ਮੇਡ ਨਹੀਂ ਰਿਹਾ ਜੀ, ਕਿਉਂਕਿ ਡੈਮ ਚੋਂ ਮਰਜ਼ੀ ਨਾਲ ਪਾਣੀ ਛੱਡਿਆ ਜਾਂਦਾ ਹੈ। ਬਿਲਕੁਲ। ਅੱਗੇ ਮਰਜ਼ੀ ਨਾਲ ਨਹਿਰ ਕੱਢੀ ਜਾਂਦੀ ਹੈ, ਬਿਲਕੁਲ। ਮਰਜ਼ੀ ਨਾਲ ਇਹਦੇ 'ਚ ਗੰਦਾ ਪਾਣੀ ਪਾਇਆ ਜਾਂਦਾ ਹੈ, ਬਿਲਕੁਲ। ਮਰਜ਼ੀ ਨਾਲ ਹਰੀਕੇ ਪੱਤਨ ਆ ਕੇ ਅਗਲੇ ਪਾਸੇ ਲਾ ਕੇ ਤੇ ਉਹ ਨਹਿਰਾਂ ਦੇ ਵਿੱਚ ਤਬਦੀਲ ਦੋ ਦਰਿਆ ਮਾਰ ਦਿੱਤੇ ਜਾਂਦੇ ਆ। ਬਿਲਕੁਲ। ਵੀ ਗੌਰਮੈਂਟ ਨਹੀਂ ਹੈ। ਗੌਰਮੈਂਟ ਹੁੰਦਾ ਜਿਹੜਾ ਆਪਣੇ ਪ੍ਰਭਾਵ ਚੱਲੇ, ਕੁਦਰਤੀ ਚੱਲੇ, ਜਿੱਥੋਂ ਚੱਲੇ ਗਲੇਸ਼ੀਅਰ ਪਿਘਲ ਕੇ ਅੱਗੇ ਸਮੁੰਦਰ ਤੱਕ ਜਾਂਦਾ ਆਪਣਾ ਰਾਹ ਬਣਾਉਂਦਾ ਜਾਵੇ, ਉਹ ਗੌਰਮੈਂਟ ਹੋ ਗਿਆ। ਵੀ ਤੁਹਾਡੇ ਕਹਿਣ ਤੋਂ ਭਾਵ ਦਰਿਆ ਆ ਗਿਆ ਮੈਨ ਮੇਡ, ਦਰਿਆ ਦੀ ਆਪਣੀ ਜ਼ਮੀਨ ਨਹੀਂ ਹੈ, ਦਰਿਆ ਦੀ ਜ਼ਮੀਨ ਦੀਆਂ ਰਜਿਸਟਰੀਆਂ ਹੋ ਗਈਆਂ। ਪਰ ਸਵਾਲ ਪੈਦਾ ਹੋ ਗਿਆ ਵੀ ਇਹਦੇ ਵਿੱਚ ਪ੍ਰਸ਼ਾਸਨ ਨੇ ਦਰਿਆ ਦੀ ਜ਼ਮੀਨ ਦੀਆਂ ਰਜਿਸਟਰੀਆਂ ਕਿਵੇਂ ਕਰ ਦਿੱਤੀਆਂ? ਇਹ ਕਿਹੜੇ ਕਾਨੂੰਗੋ ਸੀ, ਕਿਹੜੇ ਪਟਵਾਰੀ ਸੀ, ਕਿਹੜੇ ਤਹਿਸੀਲਦਾਰ ਸਨ? ਜਦੋਂ ਇਹ ਲੜਾਈ ਲੜਨ ਦੀ ਗੱਲ ਕੀਤੀ ਗਈ, ਜਦੋਂ ਇਹ ਗੱਲਾਂ ਮੈਂ ਕੀਤੀਆਂ ਸੀਗੀਆਂ, ਤੇ ਸਥਾਨਕ ਲੋਕਾਂ ਨੇ ਕਿਹਾ ਵੀ ਇਹ ਬਾਬੇ ਨੂੰ ਪਰੇ ਰੱਖੋ, ਬਾਬਾ ਕੋਈ ਉਹੋ ਹੀ ਲੈ ਕੇ ਆਓ ਜਿਹੜਾ ਬਾਬਾ ਸਾਡੀ ਹਾਂ 'ਚ ਹਾਂ ਮਿਲਾ ਕੇ ਤੁਰੇ। ਮੈਂ ਇਹ ਗੱਲ ਕਹੀ ਸੀ ਕਿ ਹਾਈ ਕੋਰਟ ਸਾਨੂੰ ਜਾਣਾ ਚਾਹੀਦਾ, ਸਾਨੂੰ ਇਹ ਰਿਟ ਪਾਉਣੀ ਚਾਹੀਦੀ ਹੈ ਤੇ ਦਰਿਆ ਦਾ ਏਰੀਆ ਨਿਸ਼ਚਿਤ ਕਰਨਾ ਚਾਹੀਦਾ ਵਾ। ਤੇ ਮੈਂ ਅੱਜ ਵੀ ਇਹ ਗੱਲ ਕਹਿੰਦਾ ਵਾ, ਉਹਨਾਂ ਚਿਰ ਇਹਦਾ ਕੋਈ ਹੱਲ ਨਹੀਂ ਬਣਦਾ ਜਿੰਨਾ ਚਿਰ ਦਰਿਆ ਨੂੰ ਖਾਲੀ ਨਾ ਕਰਾਇਆ ਗਿਆ, ਜਿੰਨਾ ਚਿਰ ਦਰਿਆ ਦਾ ਏਰੀਆ ਨਿਸ਼ਚਿਤ ਨਾ ਕੀਤਾ ਗਿਆ ਕਿ ਇੰਨਾ ਏਰੀਆ ਵਾ, ਇਹਨੂੰ ਇੰਨਾ ਡੂੰਘਾ ਕਰਕੇ ਇਹਦੇ ਵਿੱਚ ਦੀ ਪਾਣੀ ਜਾਊਗਾ। ਮੰਨ ਲਓ ਆਪਾਂ ਹੁਣ ਸਾਰੇ ਖਾਲ ਕਹਿੰਦੇ ਆ, ਮਾਲਵੇ 'ਚ ਖਾਲ ਕਹਿ ਦਿੰਦੇ ਆ ਪਾਣੀ ਜਿੱਥੋਂ ਦੀ ਜਾਂਦਾ, ਆ ਸਾਡੇ ਦੁਆਬੇ ਵਾਲੇ ਆੜ ਕਹਿ ਦਿੰਦੇ ਆ, ਕੋਈ ਨਾਲੀ ਕਹਿ ਦਿੰਦਾ। ਹੁਣ ਉਹਦੇ ਬੰਨੇ ਉੱਚੇ ਕਰੀ ਚੱਲੀਏ, ਉਹਦੀਆਂ ਬੰਨੀਆਂ ਉੱਚੀਆਂ ਕਰੀ ਚੱਲੀਏ, ਖਾਲੀ ਦੀਆਂ, ਆੜ ਦੀਆਂ, ਨਾਲੀ ਦੀਆਂ, ਵਿੱਚੋਂ ਉਹਦੇ ਘਾਹ ਨਾ ਵੱਢੀਏ, ਵਿੱਚੋਂ ਉਹਦੇ ਮਿੱਟੀ ਨਾ ਕੱਢੀਏ, ਤੇ ਬੰਨੇ ਉੱਚੇ ਕਰਨ ਨਾਲ ਆੜ ਵਿੱਚ ਦੀ ਪਾਣੀ ਚੱਲ ਜੂਗਾ? ਨਹੀਂ। ਜੇ ਆੜ ਵਿੱਚ ਦੀ ਪਾਣੀ ਨਹੀਂ ਜਾ ਸਕਦਾ ਤੇ ਫਿਰ ਸੰਗਤਾਂ ਦਾ ਐਡੀ ਵੱਡੀ એનર્ਜੀ ਲਾ ਕੇ ਅਸੀਂ 4-4 ਫੁੱਟ ਬੰਨ ਉੱਚਾ ਕਰਤਾ। ਤੁਸੀਂ 4 ਫੁੱਟ ਕਰੋਗੇ, ਅੱਗੇ 2 ਦਿਨ 'ਚ ਟੁੱਟਾ ਸੀ, ਫਿਰ 3 ਦਿਨਾਂ ਬਾਅਦ ਟੁੱਟ ਜੂਗਾ, 4 ਦਿਨਾਂ ਬਾਅਦ ਟੁੱਟ ਜੂਗਾ। ਜਦੋਂ ਪਾਣੀ ਲੰਘਣ ਵਾਲੇ ਥਾਂ ਤੇ ਪਾਪੂਲਰ ਲਾ ਲੈ, ਉੱਥੇ ਗੰਨੇ ਬੀਜਤੇ, ਉੱਥੇ ਮੱਕੀਆਂ, ਉੱਥੇ ਡੱਫ ਲੱਗ ਗਈ, ਉੱਥੇ ਕਣਕਾਂ ਬੀਜਤੀਆਂ, ਹਨਾ।
ਸਾਰਾ ਬੰਦ ਕਰਤਾ ਤੇ ਬੰਨ ਉੱਚੇ ਕਰਤੇ। ਸੰਗਤ ਜੀ ਲਿਆਓ ਪੈਸਾ, ਸੇਵਾ ਚੱਲ ਰਹੀ ਆ, ਬੰਨ ਉੱਚੇ ਕਰੀਏ। ਚੰਗੀ ਗੱਲ ਆ, ਕਰਨਾ ਚਾਹੀਦਾ। ਜਿਹੜੀਆਂ ਸਰਕਾਰਾਂ ਨਹੀਂ ਕਰਦੀਆਂ ਕੰਮ ਉਹ ਕਰ ਰਹੇ ਨੇ, ਪਰ ਇਹ ਜਿਹੜਾ ਪੈਸਾ ਵੀ ਉਨਾ ਚਿਰ ਵੇਸਟ ਆ ਜਿੰਨਾ ਚਿਰ ਓਰੀਜਨਲ ਥਾਂ ਨਹੀਂ ਉਹਦਾ ਤਲਾਸ਼ਿਆ ਜਾਂਦਾ, ਟੋਲਿਆ ਜਾਂਦਾ। ਹੁਣ ਜੀ ਇਹ ਕਹਿੰਦੇ ਜੀ ਨਹੀਂ ਜੀ ਦਰਿਆਵਾਂ ਦੇ ਵਹਾਅ ਹੁੰਦੇ ਆ ਜੀ, ਇਹ ਕੁਦਰਤੀ ਹੁੰਦੇ ਆ ਜੀ, ਇਹ ਇਹਨਾਂ ਦੇ ਵਾਹਣ ਮੁੜਦੇ ਨਹੀਂ ਹੁੰਦੇ। ਅੱਛਾ, ਮੁੜਦੇ ਨਹੀਂ ਹੁੰਦੇ। ਤੇ ਇਹ ਜਿਹੜੇ ਹੋਰਨਾਂ ਦੇਸ਼ਾਂ ਵਿੱਚ ਦਰਿਆ ਵਗਦੇ ਉਹ ਤਾਂ ਸਿੱਧੇ ਵਗੀ ਜਾਂਦੇ, ਉਹ ਤਾਂ ਐ। ਇਹ ਹੁਣ ਇਹਦਾ ਚੱਕਰ ਕੀ ਆ ਢਾਉਣ ਦਾ? ਇੱਥੋਂ ਇੱਥੇ ਵਗਦਾ, ਇੱਥੋਂ ਪਾਣੀ ਇੱਥੇ ਵਗਦਾ, ਇਹਨੂੰ ਵੱਢੀ ਜਾਂਦਾ, ਇੱਧਰੋਂ ਇੱਧਰ ਚਲ ਗਿਆ, ਇਹਨੂੰ ਵੱਢੀ ਜਾਂਦਾ। ਤੇ ਜੇ ਇਹੀ ਦਰਿਆ ਜਿੰਨਾ ਡਰੇਨੇਜ ਵਿਭਾਗ ਦਾ ਪੈਸਾ ਹੁੰਦਾ ਇਹਨੂੰ ਸਿੱਧਾ ਕੀਤਾ ਹੋਵੇ, ਮੈਨੂੰ ਨਹੀਂ ਲੱਗਦਾ ਫਿਰ ਉਹ ਵੀ ਢਾਹ ਢੂ ਲੱਗਣੋਂ ਵੀ ਲੱਗ ਜੂਗੀ, ਕਿਤੇ ਢਾਹ ਨਹੀਂ ਲੱਗਣੀ। ਨਹੀਂ, ਦਰਿਆ ਜਿਹੜਾ ਕੁਦਰਤੀ ਉਹ ਤੇ ਫੌਰਨ ਦੇ ਵਿੱਚ ਵੀ ਵਗਦੇ ਨੇ, ਜਿੱਧਰ ਨੂੰ ਜਾਂਦਾ ਉਧਰ ਨੂੰ ਜਾਂਦਾ। ਐਸੀ ਤਾਂ ਕੋਈ ਗੱਲ ਨਹੀਂ ਵੀ ਦਰਿਆ ਬਿਲਕੁਲ ਸਿੱਧਾ ਜਾਂਦਾ ਜੀ। ਬਹੁਤ ਇਹ ਕੀਤਾ ਜਾ ਸਕਦਾ। ਜਿਹੜਾ ਸ਼ਹਿਰਾਂ ਦੇ ਵਿੱਚੋਂ ਨਹਿਰ ਲੰਘਦੀ ਹੈ ਨਾ, ਉਹ ਤਾਂ ਸਿੱਧੀ ਹੈ। ਜਿਹੜਾ ਦਰਿਆ ਹੈ ਉੱਥੇ ਵੀ ਆਪਣੇ ਵਹਿਣ ਦੇ ਵਿੱਚ ਉਹਦੇ ਵਹਿਣ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ, ਉਹ ਕੁਦਰਤੀ ਵਹਾਅ ਦੇ ਵਿੱਚ ਸਮੁੰਦਰ ਵਾਲੇ ਪਾਸੇ ਜਾਂਦਾ ਹੈ। ਤਾਂ ਮੈਂ ਮੰਨਦਾ ਤੁਹਾਡੀ ਗੱਲ ਵੀ ਕੁਦਰਤੀ ਪਰੇਸ਼ਾਨ ਨਹੀਂ ਕੀਤਾ ਜਾਂਦਾ, ਪਰ ਹਰ ਇੱਕ ਨੂੰ ਜੇ ਅੱਜ ਬਾਕੀ ਤਕਨੀਕਾਂ ਆ ਤੇ ਕੀ ਗੱਲ ਇਹ ਤਕਨੀਕ ਨਹੀਂ ਵਰਤੀ ਜਾ ਸਕਦੀ? ਇਹਨੂੰ ਪੱਕਿਆ ਨਹੀਂ ਕੀਤਾ ਜਾ ਸਕਦਾ? ਪਾਣੀ ਹੈ। ਨਹੀਂ, ਅਸਲ ਦੇ ਵਿੱਚ ਗੱਲ ਇਹ ਨਹੀਂ ਹੈ ਕਿ ਦਰਿਆ ਨੂੰ ਪੱਕੇ ਲੱਗ ਕਰਨ। ਦਰਿਆ ਨੂੰ ਉਹਦੇ ਵਹਿਣ ਦੇ ਵਿੱਚ ਵਹਿਣ ਦਿਓ, ਦਰਿਆ ਨਾਲ ਛੇੜਛਾੜ ਨਾ ਕਰੋ। ਹਰ ਚੀਜ਼ ਨੂੰ ਜਦੋਂ ਤੁਸੀਂ ਪੱਕੀਆਂ ਕਰ ਦਿੰਦੇ ਹੋ ਨਾ, ਮੇਰੀ ਸੁਖਜੀਤ ਸਿੰਘ ਕੋਸਾ ਜੀ ਗੱਲ ਸੁਣੋ, ਦਰਿਆ ਦਾ ਇੱਕ ਸਿਸਟਮ ਹੈ। ਦਰਿਆ ਦੇ ਅੰਦਰ ਜਿਹੜੀ ਕਾਈ ਉੱਗਦੀ ਹੈ ਉਹ ਪਾਣੀ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ। ਦਰਿਆ ਦੇ ਅੰਦਰ ਜੋ ਕੁਛ ਹੈ ਉਹਨੂੰ ਗੌਰਮੈਂਟ ਰਹਿਣ ਦਿਓ, ਉਹਦੇ ਨਾਲ ਛੇੜਛਾੜ ਨਾ ਕਰੋ। ਜੇ ਦਰਿਆ ਹੀ ਪੱਕੇ ਕਰ ਦਿੱਤੇ ਤੁਸੀਂ, ਨਹੀਂ ਉਹ ਨਹੀਂ ਹੈ ਗੱਲ। ਇਹ ਚੱਲਦੀ ਪਈ ਹੈ ਵੀ ਦਰਿਆਵਾਂ ਦੀ ਜ਼ਮੀਨ ਦੱਬ ਦਿੱਤੀ ਗਈ। ਦਰਿਆਵਾਂ ਦੀ ਜ਼ਮੀਨ ਕਿੰਨਾ ਲੋਕਾਂ ਦੀ ਹੇਰਾਫੇਰੀ ਹੋਈ ਹੈ ਉਹਦੇ ਵਿੱਚ। ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਅੱਜ ਤੋਂ 20 ਸਾਲ ਪਿੱਛੇ ਚਲੇ ਜਾਓ ਜੀ, ਮੇਰਾ ਵੀ ਦਰਿਆ ਦਾ ਇਲਾਕਾ ਹੈ ਜੀ, ਮਖੂ ਇਲਾਕਾ ਦਰਿਆ ਦਾ ਇਲਾਕਾ ਆ ਗਿਆ ਨਾ। ਤੇ ਅੱਜ ਆਪਾਂ ਮਖੂ ਦੀ ਧਰਤੀ ਤੇ ਬੈਠੇ ਆ। ਤੁਸੀਂ ਸੁਲਤਾਨਪੁਰ ਲੋਧੀ ਦੇ ਨਾਲ ਤੁਹਾਡਾ ਪਿੰਡ ਪੈ ਗਿਆ ਖੋਸੇ, ਤੁਸੀਂ ਵੀ ਦਰਿਆ ਤੇ ਬੈਠੇ ਹੋ। ਹੁਣ ਆਪਾਂ ਦਰਿਆ ਦੇ ਭੇਤੀ ਆ, ਆਪਾਂ ਜੰਮਪਲ ਇੱਥੋਂ ਦੇ ਆ, ਆਪਣਾ ਬਚਪਨ ਇੱਥੇ ਲੰਘਿਆ। ਤੁਸੀਂ ਇੱਕ ਚੀਜ਼ ਆਮ ਵੇਖੀ ਹੋਵੇਗੀ ਵੀ ਉਦੋਂ ਜੰਗਲੀ ਸੂਰ ਆਮ ਸੀ, ਕਿਉਂਕਿ ਉਦੋਂ ਜੰਗਲ ਸੀ, ਉਦੋਂ ਕਾਹ ਸੀ, ਜੰਗਲੀ ਸੂਰ ਆਮ ਸੀ। ਸੈਕੰਡ ਨੰਬਰ ਦੇ ਉੱਪਰ ਕੀ ਸੀ? ਪਾੜੇ ਕਿਹਾ ਜਾਂਦਾ ਸੀ, ਪਾੜੇ। ਹੁਣ ਇੱਥੇ ਦਰਸ਼ਕਾਂ ਨੂੰ ਸ਼ਾਇਦ ਪਾੜਾ ਸ਼ਬਦ ਨਾ ਪਤਾ ਹੋਵੇ, ਹਿਰਨ ਦੀ ਇੱਕ ਨਸਲ ਨੂੰ ਪਾੜਾ ਕਿਹਾ ਜਾਂਦਾ ਹੁੰਦਾ ਸੀ। ਪਾੜੇ ਆਮ ਹੁੰਦੇ ਸੀ, ਜੰਗਲੀ ਸੂਰ ਆਮ ਹੁੰਦੇ ਸੀ, ਨੀਲ ਗਊ ਵੀ ਕਈ ਵਾਰੀ ਵੇਖੀ ਜਾਂਦੀ ਹੁੰਦੀ ਸੀ, ਆਮ ਇਹ ਚੀਜ਼ਾਂ ਹੁੰਦੀਆਂ ਸੀ। ਉਦੋਂ ਸੀ ਕਾਕੀ, ਉਦੋਂ ਸੀ ਕੁਦਰਤੀ ਸਰੋਤ, ਇਸ ਕਰਕੇ ਇਹ ਚੀਜ਼ਾਂ ਸਨ। ਸਮਾਂ ਪਾ ਕੇ ਸਾਡੇ ਲੋਕਾਂ ਨੇ ਅੱਗਾਂ ਲਾਈਆਂ। ਇਹ ਸਹਿਮਤ ਹੋ ਇਸ ਗੱਲ ਦੇ ਨਾਲ? ਬਿਲਕੁਲ। ਆਪਾਂ ਅੱਗੇ ਅੱਗਾਂ ਲਾਈਆਂ, ਉਹ ਕਾਹ ਸਾੜੀ। ਫਿਰ ਕੀ ਕੀਤਾ? ਟਰੈਕਟਰ ਨਾਲ ਗੇੜਾ ਦਿੱਤਾ ਵੀ ਇਹ 100 ਕਿੱਲਾ ਜਿਹੜਾ ਜੀ, ਇਹ 100 ਕਿੱਲਾ ਸਾਡਾ। ਉੱਥੇ ਗੋਲੀਆਂ ਚੱਲੀ ਜਾ, ਦੂਜੇ ਕਹਿੰਦੇ ਨਹੀਂ ਜੀ ਇਹ 200 ਕਿੱਲਾ ਸਾਡਾ, ਤੀਜਾ ਕਹਿੰਦਾ ਸਾਡਾ। ਫਿਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੀਡਰ ਲੋਕਾਂ ਨੇ ਆਪਣਾ 100 ਕਿੱਲੇ ਦਾ ਟੱਕ ਕਰ ਲਿਆ। ਬਿਲਕੁਲ ਕੀਤਾ ਹੋਇਆ। ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਜਦੋਂ ਇੱਕ ਦੀਆਂ ਰਜਿਸਟਰੀਆਂ ਕਰਤੀਆਂ, ਦੂਜੇ ਕਹਿੰਦੇ ਸਾਡੀਆਂ ਵੀ ਕਰੋ, ਜਿਹੜਾ ਉਹਨਾਂ ਕੋਲ ਲਿਆ ਸਾਡੇ ਵੀ ਕਰੋ। ਇਸ ਤਰੀਕੇ ਨਾਲ ਦਰਿਆ ਮਾਰਿਆ ਗਿਆ, ਦਰਿਆ ਖਤਮ ਹੋਇਆ। ਤੁਸੀਂ ਖੁੱਲ ਕੇ ਨਹੀਂ ਬੋਲਦੇ ਪਏ ਵੀ ਪ੍ਰਸ਼ਾਸਨ ਦੀ ਮਿਲੀ ਭੁਗਤ ਤੇ ਲੀਡਰਾਂ ਦੀ ਹੇਰਾਫੇਰੀ। ਮੈਂ ਤਾਂ ਜੇ ਮੈਂ ਖੁੱਲ੍ਹ ਕੇ ਨਾ ਬੋਲਣ ਵਾਲੀ ਤੇ ਗੱਲ ਹੀ ਕੋਈ ਨਹੀਂ। ਮੈਂ ਕਹਿੰਦਾ ਵਾ ਵੀ ਇਹ ਜਿਹੜਾ ਸਿਆਸਤ ਦੀ ਭੇਡ ਚੜਿਆ ਵਾ, ਲੀਡਰਾਂ ਦੀ ਮਿਲੀ ਭੁਗਤ ਨਾਲ ਹੀ ਹੋਇਆ ਵਾ। ਹੁਣ ਮਸਲਾ ਆਪਾਂ ਉੱਥੇ ਖੜੇ ਤੇ ਨਹੀਂ ਨਾ ਰਵਾਂਗੇ। ਆਪਣਾ ਮਕਸਦ ਆ ਵੀ ਇਹਨੂੰ ਕਿਉਂ ਤੁਸੀਂ ਹੁਣ ਕਹਿੰਦੇ ਆ ਕਿ ਨਹੀਂ ਹੋਣਾ ਚਾਹੀਦਾ। ਜੇ ਨਹਿਰਾਂ ਦੇ ਕੰਢੇ ਪੱਕੇ, ਨਹਿਰਾਂ ਹੁਣ ਥੱਲਿਓਂ ਤੇ ਨਹੀਂ ਪੱਕੀਆਂ ਕੀਤੀਆਂ ਹੋਈਆਂ, ਥੱਲਿਓਂ ਤਾਂ ਕੱਚੀਆਂ ਹੀ ਆ ਨਾ, ਸਾਈਡਾਂ ਤੇ ਪੱਕੀਆਂ ਕੀਤੀਆਂ ਨਾ। ਜਿੰਨਾ ਰੁਪਈਆ ਹਰ ਸਾਲ ਹੜ੍ਹਾਂ ਦੇ ਉੱਤੇ ਅਸੀਂ ਸਾਡੀਆਂ ਸਰਕਾਰਾਂ ਦਿੰਦੀਆਂ ਵਾ, ਜੇ ਉਹਦੇ ਚੋਂ ਥੋੜਾ ਬਹੁਤਾ ਪੈਸਾ ਲਾ ਕੇ ਇਹਨਾਂ ਨੂੰ ਦਰਿਆਵਾਂ ਨੂੰ ਕਿਸੇ ਦਿਸ਼ਾ ਨਿਰਦੇਸ਼, ਦਰਿਆਵਾਂ ਨੂੰ ਦਿਸ਼ਾ ਦੇਣ ਦੀ ਲੋੜ ਨਹੀਂ, ਦਰਿਆ ਆਪਣੀ ਦਿਸ਼ਾ ਬਣਾਉਂਦਾ ਜਾਏਗਾ। ਹਜ਼ਾਰਾਂ ਸਾਲ ਪਹਿਲਾਂ ਦੇ ਵਗਦੇ ਪਏ ਨੇ ਜੀ, ਦਰਿਆ ਤੁਰੇ ਆਉਂਦੇ ਨੇ, ਆਪਣੇ ਰਾਹ ਬਣਾ ਲੈਣਗੇ। ਉਹਦਾ ਰਾਹ ਨਾ ਬਣਾਈਏ ਆਪਾਂ ਦਰਿਆ ਦੀ ਜ਼ਮੀਨ ਛੱਡੀਏ। ਜਦੋਂ ਤੁਸੀਂ ਵਿੱਚ ਜਾ ਕੇ ਪਾਪੂਲਰ ਬੀਜੋਗੇ, ਵਿੱਚ ਜਾ ਕੇ ਕਮਾਦ ਬੀਜੋਗੇ, ਵਿੱਚ ਜਾ ਕੇ ਸਫੈਦਾ ਬੀਜੋਗੇ। ਮੇਰਾ ਮਤਲਬ ਕਹਿਣ ਦਾ ਵੀ ਜੇ ਸਰਕਾਰਾਂ ਨਹੀਂ ਕਰ ਸਕਦੀਆਂ, ਮੰਨ ਲਓ ਹੁਣ ਜਦੋਂ ਹੁਣ ਤੁਹਾਡੀ ਜ਼ਮੀਨ ਆ, ਤੁਹਾਨੂੰ ਕੋਈ ਕਹਿਣ ਆਊਗਾ ਤੁਸੀਂ ਛੱਡੋਗੇ? ਮੇਰੀ ਕੋਲ ਹੋਵੇ ਮੈਂ ਵੀ ਨਹੀਂ ਛੱਡੂਗਾ। ਨਹੀਂ ਜੀ, ਕੋਰਟ 'ਚ ਜਾਣਗੇ, ਦੂਜਾ ਵੀਰ ਜੀ ਹੁਣ ਤੇ ਅੱਗੇ ਦੀ ਅੱਗੇ ਵਿਕਣਗੀਆਂ ਨਾ। ਜਦੋਂ ਜਿਨ੍ਹਾਂ ਨੇ ਉਦੋਂ ਰਜਿਸਟਰੀਆਂ ਕਰਾਈਆਂ ਉਹਨਾਂ ਨੇ ਉਸ ਤੋਂ ਬਾਅਦ ਵੇਚ ਦਿੱਤੀਆਂ। ਬਿਲਕੁਲ, ਉਹ ਅੱਗੇ ਦੀ ਅੱਗੇ ਆ ਗਈਆਂ। ਗੱਲ ਹੁਣ ਇਹ ਨਹੀਂ ਹੈ ਵੀ ਉਹਨਾਂ ਕੋਲੋਂ ਛਡਾਓ, ਗੱਲ ਇਹ ਹੈ ਵੀ ਉਦੋਂ ਰਜਿਸਟਰੀਆਂ ਕਿੰਨਾ ਲੋਕਾਂ ਨੇ ਕੀਤੀਆਂ ਤੇ ਕਿਉਂ ਕੀਤੀਆਂ। ਸਵਾਲ ਇਹ ਹੈ ਹੁਣ ਤੇ 10ਵੀਂ ਥਾਂ ਵਿਕ ਗਈਆਂ। ਜਿਹਨੇ ਹੁਣ ਪੈਸੇ ਦੇ ਕੇ ਜ਼ਮੀਨ ਲਈ ਉਹ ਜ਼ਮੀਨ ਕਿਵੇਂ ਛੱਡੂਗਾ ਬਈ? ਉਹ ਤਾਂ ਸਵਾਲ ਦੇ ਘੇਰੇ ਵਿੱਚ ਆ ਸਾਰੀ ਗੱਲ। ਪਰ ਮਸਲਾ ਇਹ ਹੈਗਾ ਕਿ ਹੁਣ ਆਪਾਂ ਮਈ ਜੂਨ ਤੱਕ ਤੇ ਰਜਿਸਟਰੀਆਂ ਟੁੱਟਣ ਵਾਲੀਆਂ ਨਹੀਂ ਹੈਗੀਆਂ। ਜੂਨ ਜੁਲਾਈ ਆ ਗਿਆ, ਅਗਸਤ ਆ ਗਿਆ, ਜਦੋਂ ਬਰਫ਼ ਪਿਘਲ ਹੋਈ ਪਾਣੀ ਚੱਲੂ।
ਉਹਨੂੰ ਕਿਵੇਂ ਰੋਕਣਾ? ਸਰਕਾਰ ਨੇ ਹਜੇ ਤੱਕ ਕੋਈ ਦਿਸ਼ਾ ਨਿਰਦੇਸ਼ ਤਾਂ ਨਹੀਂ ਦਿੱਤੇ ਹੈਗੇ। ਪਹਿਲੀ ਗੱਲ ਤੇ ਲੱਭਣ ਦੀ ਲੋੜ ਵਾ, ਉਹ ਜਿਹੜੇ ਚੋਰ ਲਟੇਰੇ ਡਾਕੂ ਠੱਗ ਅਫਸਰ ਜਿਨ੍ਹਾਂ ਨੇ ਪੱਕੀਆਂ ਕੀਤੀਆਂ ਜ਼ਮੀਨਾਂ, ਉਹ ਲੱਭਣ ਦੀ ਲੋੜ ਆ। ਉਹਨਾਂ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈਗੀ ਆ। ਫਿਰ ਸੈਕੰਡ ਨੰਬਰ ਦੇ ਉੱਤੇ ਭਾਵੇਂ ਮੰਨੋ ਚਾਹੇ ਨਾ ਮੰਨੋ, ਆਖਰਕਾਰ ਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਦਰਿਆਵਾਂ 'ਚ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਜੇ ਅੱਜ ਵੀ ਜੀ ਦਰਿਆਵਾਂ ਦੀ ਜ਼ਮੀਨ ਛੱਡ ਦਿਓ, ਹਾਂ ਦਰਿਆਵਾਂ ਦਾ ਕੁਦਰਤੀ ਵਹਿਣ ਛੱਡ ਦਿਓ, ਬਿਲਕੁਲ ਠੀਕ ਹੈ ਜੀ, ਦਰਿਆਵਾਂ ਦੀ ਮਾਈਨਿੰਗ ਬੰਦ ਕਰ ਦਿਓ। ਮੈਂ ਸਿੱਧਾ ਇੱਥੇ ਚੈਨਲ ਤੇ ਗੱਲ ਬੋਲ ਰਿਹਾ। ਮਾਈਨਿੰਗ ਦੇ ਵਿੱਚ ਵੀ ਦੇਖੋ ਤੁਸੀਂ, ਹੁਣ ਮੰਨ ਲਓ ਘਰ ਬਣਾਉਣਾ, ਫਿਰ ਰੇਤਾ ਕਿੱਥੋਂ ਲੈ ਕੇ ਆਓਗੇ? ਰੇਤਾ ਦਾ ਇੱਕ ਸਿਸਟਮ ਹੋਣਾ ਚਾਹੀਦਾ। ਇਹ ਥੋੜਾ ਵੀ ਇਹ ਖੱਡ ਤੁਸੀਂ ਇੱਥੇ ਕਰ ਲਈ ਤੇ ਲੀਡਰ ਦੀ ਸ਼ਹਿਰ ਦੇ ਨਾਲ ਉੱਥੋਂ ਜੋ ਮਰਜ਼ੀ ਕੱਢੀ ਜਾਓਗੇ। ਤਾਂ ਦੇਖੋ ਜਿਹੜੇ ਤੁਸੀਂ ਉਹਨੂੰ ਦੂਜੇ ਤਰੀਕੇ ਨਾਲ ਕਹਿੰਦੇ ਆ, ਮੈਂ ਉਹਨੂੰ ਦੂਜੇ ਤਰੀਕੇ ਨਾਲ ਕਹਿੰਦਾ। ਜਿਹੜੀ ਹੁਣ ਇੰਨੀ ਵੱਡੀ ਰੇਤ ਇੰਨੀ ਵੱਡੀ ਮਾਤਰਾ 'ਚ ਪਈ ਆ, ਇੱਥੇ ਹੀ ਉਹ ਮਹਾਂਪੁਰਸ਼ ਲੱਗੇ ਹੋਏ ਆ ਸੇਵਾ ਕਰਦੇ ਆ, ਇੱਥੇ ਇੰਨੀ ਵੱਡੀ ਮਾਤਰਾ 'ਚ ਜਿਹੜੀ ਰੇਤ ਪਈ ਆ, ਅੱਜ ਹੁਣ ਸਾਨੂੰ ਇੱਕਦਮ ਇੰਨਾ ਕੰਮ ਕਰਨ ਦੀ ਲੋੜ ਆ। ਤੇ ਜੇ ਉਹੋ ਹੀ ਘੱਟ ਭਾਅ ਦੇ ਉੱਤੇ ਲੋਕਾਂ ਨੂੰ ਦਿੱਤੀ ਜਾਵੇ, ਫ੍ਰੀ ਵਿੱਚ ਲੋਕ ਉਹਦੀ ਮਾਈਨਿੰਗ ਕਰ ਦੇਣਗੇ। ਬਿਲਕੁਲ ਤੁਹਾਡੀ ਗੱਲ ਨਾਲ ਕਿਤੇ ਨਾ ਕਿਤੇ ਸਹਿਮਤ ਹਾਂ ਵੀ ਇਸ ਤਰੀਕੇ ਨਾਲ ਹੋਣਾ ਚਾਹੀਦਾ। ਜ਼ਰੂਰ ਤੁਹਾਡੇ ਕੋਲ ਹੋਰ ਵੀ ਜਾਣਕਾਰੀਆਂ ਲਵਾਂਗੇ, ਪਰ ਦਰਸ਼ਕੋ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਮੁੱਦਾ ਚੱਲਦਾ ਸੀ ਕਿ ਸਤਲੁਜ ਦਰਿਆ ਦੀ ਆਪਣੀ ਜ਼ਮੀਨ ਨਹੀਂ, ਨਾ ਬਿਆਸ ਦਰਿਆ ਦੀ ਜ਼ਮੀਨ ਹੈ। ਫਿਰ ਦਰਿਆ ਮਾਲਕੀ ਦੇ ਵਿੱਚ ਵਗਦਾ ਪਿਆ। ਸਵਾਲ ਇਹ ਹੈ ਨਾ, ਦਰਿਆ ਮਾਲਕੀ ਵਿੱਚ ਵਗਦਾ ਪਿਆ ਕਿ ਜੇ ਦਰਿਆ ਸੱਚੀ ਮੁੱਚੀ ਮਾਲਕੀ ਵਿੱਚ ਵਗਦਾ ਪਿਆ ਤੇ ਦਰਿਆ ਦੀ ਜ਼ਮੀਨ ਕਿਹਦੀ ਮਿਲੀ ਭੁਗਤ ਦੇ ਨਾਲ ਰਜਿਸਟਰੀਆਂ ਹੋ ਗਈਆਂ? ਸਵਾਲ ਬੜਾ ਗਜ਼ਬ ਦਾ, ਰਜਿਸਟਰੀਆਂ ਕੈਂਸਲ ਕਿਵੇਂ ਹੋ ਸਕਦੀਆਂ ਨੇ? ਇਸ ਮਾਮਲੇ ਤੇ ਮਾੜੀ ਜਿਹੀ ਆਪਾਂ ਜਾਣਕਾਰੀ ਲੈਂਦੇ ਹਾਂ। ਵੀਰ ਜੀ, ਤੁਸੀਂ ਗੱਲ ਕਰ ਰਹੇ ਸੀ ਕਿ ਦਰਿਆ ਦੇ ਵਿੱਚੋਂ ਰੇਤ ਜਿਹੜੀ ਹੈ ਉਹ ਫ੍ਰੀ 'ਚ ਲੋਕਾਂ ਨੂੰ ਚੁਕਾਈ ਜਾਣੀ ਚਾਹੀਦੀ ਹੈ। ਪਤਾ ਕਿੱਥੋਂ ਚੁਕਾਈ ਜਾਣੀ ਚਾਹੀਦੀ ਹੈ? ਧਿਆਨ ਨਾਲ ਸੁਣਿਆ ਜੇ। ਜਿਵੇਂ ਆਪਣਾ ਪੁਲ ਆ ਗਿਆ, ਜਿਹਦਾ ਰੈੱਡ ਲੈਵਲ ਤੱਕ ਉਹਦੇ ਰੇਤ ਤੇ ਮਿੱਟੀ ਜੰਮੀ ਪਈ ਹੈ, ਪਾਣੀ ਅੱਗੇ ਨਹੀਂ ਜਾ ਸਕਦਾ, ਪਾਣੀ ਪਿਛਾਂ ਜਿਹੜਾ ਉਹ ਇਲਾਕਿਆਂ ਦੇ ਵਿੱਚ ਚਲਾ ਗਿਆ, ਉੱਥੋਂ ਰੇਤ ਚੁਕਾਈ ਜਾਵੇ, ਲੋਕੀ ਚੁੱਕ ਲੈਣ। ਰੇਤ ਚੁੱਕੀ ਜਾਣ ਦੇ ਨਾਲ ਜਿਹੜੇ ਉਹਦੇ ਦਰ ਨੇ ਉਹ ਸਾਰੇ ਖਾਲੀ ਹੋ ਜਾਣਗੇ ਤੇ ਦਰਿਆ ਦਾ ਪਾਣੀ ਜਿਹੜਾ ਉਹ ਆਪਣੇ ਆਪ ਹੀ ਅੱਗੇ ਛਾਲਾ ਮਾਰਦਾ ਜਾਏਗਾ। ਇਹ ਤੇ ਹੋ ਗਿਆ, ਪਰ ਦਰਿਆ ਨੂੰ ਬਿਲਕੁਲ ਸਿੱਧਾ ਕਰ ਦਿਓ, ਦਰਿਆ ਨੂੰ ਪੱਕਾ ਕਰ ਦਿਓ, ਦਰਿਆ ਨੂੰ ਸਟੇਟ ਕਰ ਦਿਓ, ਇਹ ਤੇ ਮੇਰੇ ਖਿਆਲ ਦੇ ਵਿੱਚ ਕੋਈ ਗੱਲ ਹਜਮ ਹੋਣ ਵਾਲੀ ਨਹੀਂ। ਦੁਨੀਆ ਦੇ ਵਿੱਚ ਐਸਾ ਨਹੀਂ ਹੋ ਰਿਹਾ। ਦੁਨੀਆ ਦੇ ਅੰਦਰ ਮੈਂ ਵੀ ਵਿਚਰਦਾ ਵਾਂ, ਦਰਿਆ ਆਪਣੀ ਮੌਜ ਦੇ ਵਿੱਚ ਚੱਲਦਾ ਹੈ। ਕਿਸੇ ਵੀ ਦਰਿਆ ਦੀ ਰੂਪ ਰੇਖਾ ਜਿਹੜੀ ਤੁਸੀਂ ਗੂਗਲ ਤੇ ਚੈੱਕ ਕਰ ਸਕਦੇ ਹੋ ਵੀ ਕਿਵੇਂ ਚੱਲਦੀ ਪਈ ਹੈ, ਬਿਲਕੁਲ ਉਹਨੂੰ ਸਟੇਟ ਕਰ ਦੇਣਾ। ਜਿੱਥੋਂ ਸ਼ਹਿਰਾਂ ਦੇ ਨੇੜੇ ਲੰਘਦਾ ਉੱਥੋਂ ਜੇ ਪੱਕਾ ਕੀਤਾ ਗਿਆ। ਫੋਰ ਐਗਜ਼ਾਮਪਲ, ਗੰਗਾ ਹਰਿਦੁਆਰ ਦੇ ਵਿੱਚੋਂ ਲੰਘ ਰਹੀ ਹੈ, ਉਨੀ ਥਾਂ ਪੱਕੀ ਕੀਤੀ ਗਈ ਹੈ, ਅੱਗੇ ਸਾਰੀ ਗੰਗਾ ਥੋੜੀ ਪੱਕੀ ਹੈ। ਨਹੀਂ, ਜੇ ਤਾਂ ਤੁਸੀਂ ਮਖੂ ਸਾਹਿਬ ਇਹਨੂੰ ਪੂਜਾ ਦਾ ਸਥਾਨ ਬਣਾਉਣਾ, ਵੀ ਜਿੱਦਾਂ ਅਸੀਂ ਪੂਜਣਾ, ਅਸੀਂ ਪੂਜਦੇ ਆ ਨਾ, ਉੱਥੇ ਦੀਵੇ ਦੂਵੇ ਜਗਾਉਣੇ ਆ, ਫਿਰ ਤਾਂ ਰਹਿਣ ਦਿਓ ਵਿੰਗਾ ਟਿੰਗਾਈ। ਤੇ ਜੇ ਅੱਜ ਦੇ ਯੁੱਗ ਵਿੱਚ ਤੁਸੀਂ ਚੱਲਣਾ ਤੇ ਫਿਰ ਇਹਨੂੰ ਸਿੱਧਾ ਕਰ ਲਓ। ਸਰਕਾਰਾਂ ਤੇ ਅੱਗੇ ਹੀ ਨਹੀਂ ਰਾਜੀ ਕਰਕੇ ਸਿੱਧਾ। ਜੇ ਤੁਹਾਡੇ ਘਰਾਂ ਨੂੰ ਤੁਹਾਨੂੰ ਰੇਤਾ ਚਾਹੀਦੀ ਆ, ਅੱਜ 10,000 ਦੀ ਟਰਾਲੀ ਨਹੀਂ ਮਿਲਦੀ, ਤੇ ਜੇ ਉਹੀ ਟਰਾਲੀ ਤੁਹਾਨੂੰ 1000 ਦੀ ਮਿਲਣ ਲੱਗ ਪਏ, ਤੁਹਾਨੂੰ ਕੀ ਤਕਲੀਫ ਹੈਗੀ ਆ? ਤੁਹਾਨੂੰ ਕੀ ਦੁੱਖ ਆ? ਤੁਹਾਨੂੰ ਮੁਫਤ ਦੀ ਰੇਤਾ ਮਾੜੀ ਹੈ? ਸਰਦਾਰ ਜੀ, ਉੱਥੇ SDM ਦਫ਼ਤਰ ਵੱਲੋਂ ਜਾਂ DC ਦਫ਼ਤਰ ਵੱਲੋਂ ਨੁਮਾਇੰਦੇ ਨਿਯੁਕਤ ਕੀਤੇ ਜਾਣ, ਦਿਸ਼ਾ ਨਿਰਦੇਸ਼ ਦਿੱਤੇ ਜਾਣ, ਉਹਦੀ ਬਕਾਇਦਾ ਚਲੋ ਕੋਈ ਥੋੜ੍ਹੀ ਬਹੁਤੀ ਪਰਚੀ ਵਗੈਰਾ ਵੀ ਲਾ ਕੇ ਲੋਕਾਂ ਨੂੰ ਆਪਣੇ ਆਪ ਜਿਹੜਾ ਕੁਦਰਤੀ ਸਰੋਤ ਆ ਉਹਦਾ ਰੇਤਾ ਵਗੈਰਾ ਲਿਆਉਣ ਦਿੱਤੀ ਜਾਵੇ। ਨਾ ਕੋਈ ਖਰਚਾ ਹੋਣਾ, ਨਾ ਕੋਈ ਗੱਲ ਹੋਣੀ ਆ, ਆਪਣੇ ਆਪ ਹੀ ਦਰਿਆ ਪੱਧਰਾ ਹੋਈ ਜਾਣਾ। ਆਪਣੇ ਆਪ ਦਰਿਆ ਦੀ ਦੇਖੋ ਵੀ ਰੇਤ ਤੁਹਾਡੇ ਕਹਿਣ ਤੋਂ ਭਾਵ ਜਿਹੜੀ ਮਾਈਨਿੰਗ ਚੱਲਦੀ ਪਈ ਚੱਲਣ ਦਈਏ? ਨਹੀਂ, ਮਾਈਨਿੰਗ ਨਹੀਂ, ਫ੍ਰੀ ਕੀਤੀ ਜਾਣੀ ਚਾਹੀਦੀ ਪਬਲਿਕ ਵਾਸਤੇ। ਕੁਦਰਤ ਦੀ ਹੈ ਨਾ, ਗੋਡ ਗਿਫਟ ਆ ਨਾ ਉਹ, ਤੇ ਗੋਡ ਗਿਫਟ ਆ, ਉਹਨੂੰ ਵੇਚਣ ਦਾ ਹੱਕ ਸਰਕਾਰਾਂ ਨੂੰ ਕਾਹਦਾ ਹੈਗਾ? ਜਿਹੜੇ ਲੋਕ ਉੱਥੇ ਆਪਣਾ ਰੇਤਾ ਦੀ ਵਜ੍ਹਾ ਕਾਰਨੀ ਵੇਖੋ ਰੁੜ ਕੇ ਉੱਥੋਂ ਰੋਪੜ ਤੋਂ ਚੱਲਿਆ, ਉੱਥੋਂ ਪਿੱਛੋਂ ਰੁੜ ਕੇ ਦਰਿਆਵਾਂ ਦੇ ਵਿੱਚ ਇੱਥੋਂ ਤੱਕ ਆ ਗਈ ਰੇਤਾ, ਜਿਹੜੀ ਦੂਰ ਦੂਰ ਤੱਕ ਖਿਲਰ ਗਈ ਰੇਤਾ। ਆਪਾਂ ਵੇਖਦੇ ਹਾਂ, ਤੇ ਰੇਤਾ ਤੋਂ ਬਿਨਾਂ ਮਕਾਨਾਂ ਦੀ ਉਸਾਰੀ ਅਸੰਭਵ ਆ। ਤੇ ਅੱਜ ਉਹ ਰੇਤਾ ਗਰੀਬ ਆਮ ਲੋਕਾਂ ਦੇ ਪਹੁੰਚ ਤੋਂ ਦੂਰ ਹੋਈ ਖੜੀ ਆ। ਤੇ ਦਰਿਆਵਾਂ ਦੇ ਵਿੱਚ 7-7 8-8 ਫੁੱਟ ਉੱਚਾ ਚੜਿਆ ਪਿਆ ਰੇਤ। ਉਹ JCBਆਂ ਲਗਾ ਕੇ ਉਹਦੀ ਜਿਹੜੀ ਆ ਭੂ ਮਾਫੀਆ, ਜਿਹੜਾ ਰੇਤ ਮਾਫੀਆ, ਉਹਨੂੰ ਨਾ ਵੱਡਾ ਕੀਤਾ ਜਾਵੇ। ਉਹ ਹਰ ਪਬਲਿਕ ਲਈ ਖੁੱਲ੍ਹ ਹੋਵੇ, ਜਿੱਦਾਂ ਪਹਿਲਾਂ ਸੀ, ਜਿੱਥੋਂ ਮਰਜ਼ੀ ਕੋਈ ਜਾ ਕੇ ਰੇੜਾ ਭਰ ਲਿਆਵੇ, ਟਰਾਲੀ ਭਰ ਲਿਆਵੇ, ਗੱਡਾ ਭਰ ਲਿਆਵੇ। ਹੁਣ ਗੱਡੇ ਰੇੜੇ ਵਾਲੇ ਨੂੰ ਤੇ ਦਰਿਆ ਵੱਲ ਨੂੰ ਮੂੰਹ ਵੀ ਨਹੀਂ ਕਰਨ ਦਿੰਦਾ ਕੋਈ। ਟਿੱਪਰੀ ਜਾਂਦੇ ਆ। ਤੇ ਉਹ ਫਿਰ ਆਪਣੇ ਹਿਸਾਬ ਦੇ ਨਾਲ ਉਹ ਜਿੱਥੋਂ ਉਹਨਾਂ ਨੂੰ ਫਾਇਦਾ ਲੱਗਦਾ ਉੱਥੇ ਵੱਧ ਕਰ ਲੈਂਦੇ ਆ, ਜਿੱਥੇ ਨਹੀਂ ਲੱਗਦਾ। ਵੇਖਿਆ ਵੀ ਚਿੱਟੀ ਮਿੱਟੀ ਸਾਡੇ ਕੰਮ ਦੀ ਨਹੀਂ ਹੈਗੀ, ਦੂਜੀ ਚੀਕਣੀ ਮਿੱਟੀ ਆ, ਉਹਨੂੰ ਛੱਡ ਦਿੰਦੇ ਆ। ਰੇਤ ਕੱਢ ਕੇ ਦਰਿਆ ਦਾ ਵਹਾਣ ਵੀ ਬਦਲਣ ਦੀ ਕੋਸ਼ਿਸ਼ ਕਰਦੇ ਆ। ਮਤਲਬ ਇਹ
ਇੱਕ ਦਿਸ਼ਾ ਨਿਰਦੇਸ਼ ਹੋਣਾ ਚਾਹੀਦਾ ਵਾ ਕਿ ਹਾਂ ਠੀਕ ਆ। ਕਿਉਂਕਿ ਜੇ ਆਪਾਂ ਖੂਹਾਂ ਦੇ ਪਾਣੀ ਦੇ ਉੱਤੋਂ ਮੋਟਰਾਂ ਆ ਗਈਆਂ, ਮੋਨੋਬਲਾਕ ਤੋਂ ਸਮਰਸੀਬਲ ਆ ਗਏ, ਇੱਥੇ ਤਾਂ ਡਿਵੈਲਪਮੈਂਟ ਹੋਈ ਹੈ ਨਾ। ਤੇ ਦਰਿਆ ਵਾਲੇ ਪਾਸੇ ਫਿਰ ਉੱਥੇ ਹੀ ਕਿੱਥੇ ਖੜੇ ਆ ਵੀ ਨਹੀਂ ਕੁਦਰਤੀ ਵਾਹਣ ਤੇ ਵਗਣ ਦਈਏ ਇਹਨੂੰ। ਐਫਰਟ ਸਾਨੂੰ ਕਰਨੇ ਪੈਣਗੇ। ਜੇ ਨਹੀਂ ਕਰਾਂਗੇ ਉਹਦਾ ਬੈਨੀਫਿਟ ਕੀ ਹੋਏਗਾ? ਉਹਦਾ ਬੈਨੀਫਿਟ ਇਹ ਹੋਏਗਾ ਕਿ ਏਰੀਆ ਘਟੂਗਾ। ਘੱਟ ਏਰੀਏ ਦੇ ਵਿੱਚੋਂ ਦੀ ਆਪਣੇ ਆਪ ਹੀ ਜਦੋਂ ਇਹਨੂੰ ਇੱਕ ਡੂੰਘਾਈ ਇਹਦੀ ਨਿਸ਼ਚਿਤ ਕਰ ਦਿੱਤੀ ਤੇ ਇਹਦਾ ਵਹਾਣ ਆਪਣੇ ਆਪ ਹੀ ਸਿੱਧਾ ਇਹਨੇ ਵਗਣਾ ਸ਼ੁਰੂ ਹੋ ਜਾਣਾ। ਹੁਣ ਜਦੋਂ ਆਪਾਂ ਕੋਈ ਉੱਥੇ ਜਾ ਕੇ ਕਰਨਾ ਹੀ ਨਹੀਂ, ਹੱਥ ਹੀ ਨਹੀਂ ਹਿਲਾਉਣਾ, ਆਪਾਂ ਨਹਾਈਏ ਨਾ, ਸਰੀਰ ਦੇ ਉੱਤੇ ਏਡੀ ਮੈਲ ਨਹੀਂ ਜੰਮ ਜਾਂਦੀ। ਤੇ ਜੇ ਆਪਾਂ ਕਹਿ ਦਈਏ ਵੀ ਇਹ ਤਾਂ ਠੀਕ ਆ, ਨਹੀਂ ਇਹਨੂੰ ਛੇੜਨਾ ਨਹੀਂ ਹੈਗਾ। ਜੇ ਹੁਣ ਖਾਲ ਆ ਤੇ ਖਾਲ ਨੂੰ ਖਾਲੀਏ ਹੀ ਨਾ, ਤੇ ਅਸੀਂ ਕਹੀਏ ਵੀ ਨਹੀਂ ਇਹ ਖਾਲ ਖਾਲਣਾ ਨਹੀਂ, ਇਹ ਘਾਹ ਜਿਹੜਾ ਇਹ ਕੁਦਰਤੀ ਨੇ ਦਿੱਤਾ ਵਾ, ਤੇ ਇਹਨੂੰ ਵਿੱਚੇ ਰੱਖਣਾ ਵਾ, ਇਹਦੇ ਨਾਲ ਪਾਣੀ ਸਾਫ਼ ਹੋਊਗਾ, ਤੇ ਫਿਰ ਖੇਤ ਨਹੀਂ ਪੂਰੇ। ਵੀਰ ਜੀ, ਖੇਤ ਦੇ ਖਾਲ ਦਾ ਦਰਿਆ ਦਾ ਬੜਾ ਵੱਡਾ ਅੰਤਰ ਹੈ। ਤੁਹਾਨੂੰ ਇਹ ਅੰਤਰ ਸਮਝਣਾ ਪੈਣਾ। ਤੁਸੀਂ ਮੁੱਦੇ ਦੇ ਉੱਪਰ ਆ ਜਾਓ ਵੀ ਜਿਹੜੀਆਂ ਰਜਿਸਟਰੀਆਂ ਨੇ ਇਹ ਜਦੋਂ ਹੋਈਆਂ, ਇਹ ਸ਼ਹਿ ਤੇ ਹੋਈਆਂ, ਉੱਥੇ ਕਾਹ ਜਾਲੀ ਗਈ, ਝੱਲ ਸਾੜੀ ਗਈ, ਝੱਲ ਸੜਨ ਤੋਂ ਬਾਅਦ ਜਾਨਵਰ ਸੜ ਗਏ, ਜਾਨਵਰ ਮਰ ਗਏ, ਉੱਥੇ ਕੁਝ ਵੀ ਕੁਦਰਤੀ ਨਹੀਂ ਰਹਿ ਗਿਆ। ਜਿਹੜੇ ਤਾਂ ਸੜ ਗਏ ਉਹ ਨਹੀਂ ਆਉਣੇ ਵਾਪਸ। ਠੀਕ ਹੈ, ਉਹ ਨਹੀਂ ਆ ਸਕਦੇ। ਉਹ ਸਾਡੀ ਗਲਤੀ ਸੀ ਤੇ ਉਹਦਾ ਅਸੀਂ ਖਮਿਆਜਾ ਭੁਗਤ ਰਹੇ ਹਾਂ। ਇਹ ਨਹੀਂ ਹੈ ਕਿ ਮੈਂ ਕੁਦਰਤੀ ਸਰੋਤਾਂ ਦੇ ਜਾਂ ਮੈਂ ਖਿਲਾਫ ਹਾਂ। ਜਿਹੜੀ ਗੱਲ ਬੀਤ ਚੁੱਕੀ ਉਹ ਨਹੀਂ ਹੋ ਸਕਦੀ। ਤੇ ਜਿਹੜੀ ਰਜਿਸਟਰੀਆਂ ਵੀ ਆ, ਅੱਜ ਤੁਸੀਂ ਕਿਸੇ ਦੀ ਤੋੜਨ ਦੀ ਗੱਲ ਕਰੋਗੇ ਉਹ ਹਾਈ ਕੋਰਟ ਨੂੰ ਭੱਜ ਜੂਗਾ, ਦੂਜੇ ਤੀਜੇ ਨੂੰ ਭੱਜ ਜੂਗਾ। ਇਹ ਕਮ ਸੇ ਕਮ ਕਿਤੇ ਨਾ ਕਿਤੇ ਘੋੜਾ ਘੋਟੇ ਇਹਨਾਂ ਨੂੰ ਕਰਨਾ ਪੈਣਾ ਵਾ। ਜਿਨ੍ਹਾਂ ਨੇ ਹੱਥਾਂ ਨਾਲ ਦਿੱਤੀਆਂ ਸੀ ਮੂੰਹ ਨਾਲ ਖੋਲਣੀਆਂ ਪੈਣੀਆਂ ਵਾ, ਨਹੀਂ ਤਾਂ ਇੱਦਾਂ ਹੀ ਲੋਕਾਂ ਨੇ ਵਿਚਾਰਿਆਂ ਨੇ ਮਰਦੇ ਰਹਿਣਾ ਵਾ। ਹਰ ਸਾਲ ਇੱਦਾਂ ਹੀ ਹੜ੍ਹਾਂ ਦੀ ਮਾਰ ਦੇ ਵਿੱਚ ਲੋਕਾਂ ਨੂੰ ਬਲਦੀ ਦੇ ਬੁੱਥੇ ਵਿੱਚ ਆਉਂਦੇ ਰਹਿਣਾ ਵਾ। ਨੁਕਸਾਨ ਕਿਹਦਾ ਹੁੰਦਾ ਵਾ? ਆ ਮਹੂ ਏਰੀਆ ਹੋ ਗਿਆ, ਲੋਹੀਆਂ ਹੋ ਗਿਆ, ਸਭ ਤੋਂ ਵੱਧ ਸ਼ਾਹਕੋਟ ਹੋ ਗਿਆ, ਇੱਥੋਂ ਤੱਕ ਇਹ ਸਭ ਤੋਂ ਵੱਧ। ਇਹ ਦੂਜੇ ਬੰਨੇ ਸੁਲਤਾਨਪੁਰ ਲੋਧੀ ਦੀ ਬੈਲਟ ਹੋ ਗਈ। ਇਹ ਲੋਕਾਂ ਦੀ ਜੇ ਜ਼ਿੰਦਗੀ ਸਹੀ ਲੀਹ ਤੇ ਲਿਆਉਣੀ ਆ ਤੇ ਕੋਈ ਨਾ ਕੋਈ ਉਚੇਰੇ ਪ੍ਰਬੰਧ ਸਰਕਾਰਾਂ ਨੂੰ ਕਰਨੇ ਪੈਣੇ ਆ। ਉਹਦੇ ਜਿਹੜਾ ਦਰਿਆ ਦੇ ਜੀ ਦਰ ਜਿਹੜੇ ਨੇ ਜੀ, ਮੇਨ ਜਿਹੜਾ ਜਿਹਦੇ ਉੱਤੋਂ ਦੀ ਰੇਲ ਲੰਘਦੀ ਸੀ ਤੇ ਉਹਦੇ ਉੱਤੋਂ ਦੀਆਂ ਗੱਡੀਆਂ ਲੰਘਦੀਆਂ ਸੀ ਜੀ, ਅੰਗਰੇਜ਼ਾਂ ਦੇ ਵੇਲੇ ਦਾ ਪੁਲ ਜੀ। ਠੀਕ, ਅੱਜ ਵੀ ਵੇਖ ਲਓ, ਉਸੇ ਗੱਲ ਵੇਖ ਲਓ। ਇੱਕ ਬਾਬਾ ਸੀਚੇਵਾਲ ਵਿਚਾਰਾ ਲੱਗਿਆ ਨਾ ਸੰਗਤ ਨੂੰ ਨਾਲ ਲੈ ਕੇ, ਇੱਕ ਪਰਸਨ ਲੱਗਿਆ ਨਾ, ਕੰਮ ਕਿਹਦਾ ਸੀਗਾ? ਕੰਮ ਤੇ ਸਰਕਾਰਾਂ ਦਾ ਸੀ। ਅੱਜ ਵੀ ਸਾਡੇ ਲੋਕਾਂ ਨੇ ਇਕੱਠੇ ਹੋ ਕੇ ਆਪ ਪੈਸੇ ਪੂਸੇ ਇਕੱਠੇ ਕਰਕੇ ਵਿਚਾਰੇ ਇਧਰੋਂ ਉਧਰੋਂ ਕਰਕੇ ਭੰਨਕੰਡ ਕਰਕੇ ਲੱਗੇ ਹੋਏ ਨੇ। ਬਾਬਾ ਜੀ ਲੱਗੇ ਹੋਏ ਨੇ, ਪਰ ਸਰਕਾਰ ਕਿੱਥੇ ਆ? ਕੰਮ ਤੇ ਸਰਕਾਰ ਦਾ ਵਾ। ਡਰੇਨ ਵਿਭਾਗ ਦਾ ਜਿਹੜਾ ਡਰੇਨੇਜ ਦਾ ਪੈਸਾ ਆਉਂਦਾ ਉਹ ਕਿੱਥੇ ਜਾਂਦਾ ਵਾ? ਉਹ ਕਿਹਨੇ ਕਰਨਾ ਸੀਗਾ? ਜੇ ਆਪਾਂ ਹੜ੍ਹ ਵਿੱਚ ਤੁਸੀਂ ਵੀ ਤੇ ਮੈਂ ਵੀ ਦੇਖਿਆ ਸੀਗਾ, ਰੈੱਡ ਲਾਈਟ ਜਿਹੜੀ ਰੈੱਡ ਲਾਈਨ ਆ ਉੱਥੋਂ ਤੱਕ ਮਿੱਟੀ ਆ। ਚੰਗੀ ਤਰ੍ਹਾਂ ਦੇਖ ਕੇ ਆਏ ਆ, ਚੰਗੀ ਤਰ੍ਹਾਂ ਦੇਖਿਆ ਸੀ ਨਾ ਵਗਦੇ ਪਾਣੀ ਵਿੱਚ। ਤੇ ਫਿਰ 3 ਖੂਹੀਆਂ ਵਿੱਚ ਦੀ ਜਿਹੜੇ 3 ਦਰਾਂ ਵਿੱਚ ਦੀ ਪਾਣੀ ਵਗ ਰਿਹਾ ਸੀ, ਉਹ ਵੀ ਉਚਾਈ ਸੀ। ਪੁਲ ਦੇ ਨਾਲੋਂ 2 ਫੁੱਟ ਦਾ ਮਿੱਟੀ ਦਾ ਫਾਸਲਾ, ਬਸ ਇੰਨਾ ਕੁ ਫਾਸਲਾ ਸੀ। ਉਹ ਕਰਨਾ ਕਿਹਨੇ ਆ? ਜਿਨ੍ਹਾਂ ਨੇ ਕਰੋੜਾਂ ਰੁਪਈਆਂ ਦਾ ਬਜਟ ਰੱਖਿਆ ਹੋਇਆ ਵਾ। ਕਾਗਜ਼ੀ ਬੰਨ ਉੱਚੇ ਹਰ ਸਾਲ ਹੁੰਦੇ ਆ, ਤਵੀਆਂ ਫੇਰ ਕੇ ਤੇ ਸੁਹਾਗਾ ਫੇਰ ਦਿੱਤਾ ਜਾਂਦਾ। ਤੇ ਕਾਗਜ਼ਾਂ 'ਚ ਹੁੰਦੇ ਆ, ਕਾਗਜ਼ਾਂ 'ਚ ਹਰ ਸਾਲ ਬੰਨ ਉੱਚੇ ਹੁੰਦੇ ਆ। ਦਰਿਆ ਦੀ ਸਫਾਈ ਵੀ ਹੁੰਦੀ ਆ ਕਾਗਜ਼ਾਂ 'ਚ, ਹੁੰਦੀ ਆ ਕਾਗਜ਼ਾਂ 'ਚ ਸਭ ਕੁਝ ਹੁੰਦਾ, ਪਰ ਹੁੰਦਾ ਕਾਗਜ਼ੀਆਂ। ਹਕੀਕੀ ਕਰਨ ਵਾਸਤੇ ਸਾਨੂੰ ਕਰਨਾ ਪਊਗਾ। ਹਾਂ ਚਲੋ ਸੇਵਾ ਭਾਵਨਾ ਨਾਲ ਜੇ ਕੋਈ ਸੰਤ ਮਹਾਂਪੁਰਸ਼ ਕਰਦੇ ਆ ਤਾਂ ਉਹਨਾਂ ਦਾ ਧੰਨਵਾਦ ਆ, ਪਰ ਫਰਜ਼ ਇਹ ਸਰਕਾਰ ਦੇ ਬਣਦੇ ਆ। ਜ਼ਮੀਨਾਂ ਸਾਧ ਬਾਬਿਆਂ ਨੇ ਨਹੀਂ ਵੇਚੀਆਂ, ਦਰਿਆ ਦੀਆਂ ਜ਼ਮੀਨਾਂ ਸਰਕਾਰਾਂ ਨੇ ਵੇਚੀਆਂ ਆ। ਕੰਮ ਉਹਨਾਂ ਦਾ ਆ। ਉਸ ਸਮੇਂ ਦੇ ਪ੍ਰਸ਼ਾਸਨ ਨੇ ਕੰਮ ਕੀਤਾ ਜੀ, ਉਸ ਸਮੇਂ ਦੇ ਪੋਲੀਟੀਕਲ ਬੰਦਿਆਂ ਨੇ ਕੰਮ ਕੀਤਾ ਜੀ। ਨੁਕਸਾਨ ਦਰਿਆ ਦਾ ਹੋ ਗਿਆ ਜੀ। ਦਰਿਆ ਨੇ ਅੱਗੇ ਜਾ ਕੇ ਨੁਕਸਾਨ ਕਰ ਦਿੱਤਾ, ਕਿਉਂਕਿ ਕੋਈ ਸਾਡੇ ਕੋਲ ਸੋਰਸ ਨਹੀਂ ਸੀ, ਕੋਈ ਕਿਸੇ ਤਰੀਕੇ ਦਾ ਕਿੱਥੋਂ ਦਰਿਆ ਕੱਢਣਾ ਸੀ, ਉਹ ਸਾਰਾ ਹੋ ਗਿਆ। ਹੁਣ ਉਹਦਾ ਹੱਲ ਕੀ ਹੈ? ਦਰਿਆ ਦੀ ਜ਼ਮੀਨ ਦਰਿਆ ਨੂੰ ਮਿਲੂ, ਦਰਿਆ ਦੀ ਜ਼ਮੀਨ ਦਰਿਆ ਨੂੰ ਮਿਲੂ, ਤੇ ਦਰਿਆ ਦੀ ਜ਼ਮੀਨ ਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਨੂੰ ਸਰਕਾਰ ਨੂੰ ਕੰਮ ਕਰਨਾ ਪੈਣਾ। ਕਿਵੇਂ ਮਿਲੂ? ਜਿਹੜੇ ਬੰਦੇ ਨੇ ਜ਼ਮੀਨ ਉਦੋਂ ਧੋਖਾਧੜੀ ਕੀਤੀ, ਉਹਨੇ 10ਵੀਂ ਥਾਂ ਤੇ ਅੱਗੇ ਜ਼ਮੀਨ ਵਿਕ ਗਈ। ਹੁਣ ਜਿਹਦੀ 10ਵੀਂ ਥਾਂ ਤੇ ਵਿਕੀ ਉਹਦੋਂ ਕੁਛ ਛਡਾਓਗੇ? ਨਹੀਂ, ਉਹ ਜਿਨੀ ਖਾਦੀਆਂ ਗਾਜਰਾਂ ਢਿੱਡੀ ਉਹਨਾਂ ਦੇ ਸੂਲ। ਗਲਤ ਕੰਮ ਤੇ ਗਲਤ ਰਹਿਣਾ ਵੀਰ ਜੀ। ਜਿਹੜੀ ਹੁਣ ਮੇਰੀ ਗੱਲ ਸਮਝੋ, ਗਲਤ ਰਹਿਣਾ ਹੈ। ਪੋਲੀਟੀਕਲ ਬੰਦੇ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ 100 ਕਿੱਲਾ ਦਰਿਆ ਦੀ ਜ਼ਮੀਨ ਰਜਿਸਟਰੀ ਕਰਾ ਲਈ। ਉਹ ਜ਼ਮੀਨ ਅੱਗੇ ਤੁਸੀਂ ਲੈ ਲਈ, ਤੁਹਾਥੋਂ ਜ਼ਮੀਨ ਅੱਗੇ ਮੈਂ ਲੈ ਲਈ, ਮੇਰੇ ਤੋਂ ਅੱਗੇ ਆਪਣੇ ਚੈਨਲ ਦੇ ਮਾਨੋ ਲੈ ਲਈ, ਚੈਨਲ ਤੋਂ ਅੱਗੇ ਹੋਰ ਕਿਸੇ ਨੇ ਲੈ ਲਈ।
ਹੁਣ ਜਦੋਂ ਹੋਇਆ ਕੰਮ ਉਦੋਂ ਕੋਈ ਨਹੀਂ ਬੋਲਿਆ, ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਉੱਠ ਕੇ ਕਹੇ ਵੀ ਇਹ ਰਜਿਸਟਰੀਆਂ ਖਤਮ ਕਰੋ, ਜਿੰਨੇ ਇਹ ਕੰਮ ਕੀਤਾ ਸੀ ਨੁਕਸਾਨ ਉਹਦਾ ਤੇ ਨਾ ਹੋਇਆ, ਨੁਕਸਾਨ ਤੇ 10ਵੀਂ ਥਾਂ ਤੇ ਜਾ ਕੇ ਬੰਦੇ ਦਾ ਹੋ ਗਿਆ, ਇਹਦਾ ਕੀ ਕਸੂਰ ਹੈ ਦੱਸੋ ਮੈਨੂੰ। ਦੇਖੋ ਜੀ, ਜੇ ਫਿਰ ਤੁਸੀਂ ਉਹਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਤੇ ਫਿਰ ਹਰ ਸਾਲ ਹੜ੍ਹਾਂ ਦੀ ਮਾਰ ਝੱਲੀ ਚੱਲੋ। ਉਹ ਕਿੰਨੇ ਕੁ % ਲੋਕ ਹੋਣਗੇ, ਉਹਨਾਂ ਨੂੰ ਤੇ ਪਤਾ ਹੀ ਆ। ਉਹਨਾਂ ਨੇ ਕਿਹੜਾ ਪੂਰਾ ਭਾਅ ਖਰਚ ਕੇ ਲਈਆਂ ਨੇ ਜ਼ਮੀਨਾਂ, ਉਹਨਾਂ ਨੇ ਵੀ ਤੇ ਜਿਹੜੀ 1000 ਵਾਲੀ ਚੀਜ਼ ਆ 100 ਰੁਪਏ ਦੀ ਖਰੀਦੀ ਹੋਈ ਆ ਦਰਿਆ ਤੇ। ਮੈਂ ਕਹਿੰਦਾ ਵਾਂ ਕਿ ਜੇ ਤੁਸੀਂ ਮੇਰੀ ਉਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਹੋ ਰਹੇ, ਮੈਂ ਕਹਿੰਦਾ ਵਾਂ ਕਿ ਜੇ ਹਾਂ ਦੋਨਾਂ ਦਾ ਵਿਚਲਾ ਹੱਲ ਕੀ ਆ ਕਿ ਜਿਹੜਾ ਦਰਿਆ ਦਾ ਵਾ ਏਰੀਆ ਨਿਸ਼ਚਿਤ ਕਰ ਦਿੱਤਾ ਜਾਵੇ ਕਿ 2000 ਮੀਟਰ 1000 ਮੀਟਰ ਇੰਨਾ ਏਰੀਆ ਆ, ਇੰਨੇ ਏਰੀਏ ਦੇ ਵਿੱਚ ਕੋਈ ਫਸਲ ਨਹੀਂ ਬੀਜੂਗਾ, ਚਾਹੇ ਕਿਸੇ ਦੇ 2 ਕਿੱਲੇ ਆਉਣ ਚਾਹੇ ਕਿਸੇ ਦੇ 4 ਕਿੱਲੇ ਆਉਣ। ਕਮ ਸੇ ਕਮ ਆਹ ਰੋਡਾਂ ਨਿਕਲਦੀਆਂ ਵਾ, ਉਹਦੀ ਤੇ ਲਾਲ ਲਾਈਨ ਲੱਗ ਜਾਂਦੀ ਹੈ ਨਾ, ਜਿਹੜੀ ਸਿੱਧਾ ਕਰਨ ਵਾਲੀ ਗੱਲ ਆ, ਉਹਨਾਂ ਨਾਲ ਤੁਸੀਂ ਬਹੁਤਾ ਸਹਿਮਤ ਨਹੀਂ ਹੁੰਦੇ। ਪਰ ਜਿੰਨਾ ਚਿਰ ਦੇਖੋ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਜਾਂਦੀ, ਹੁਣ ਤੇ ਉੱਥੇ ਕੋਈ ਹੱਥ ਹੀ ਨਹੀਂ ਲਾਉਣ ਦਿੰਦਾ, ਉਹ ਕਹਿੰਦਾ ਜੀ ਸਾਡੀ ਜ਼ਮੀਨ ਆ। ਡਾਇਰੈਕਸ਼ਨ ਤੇ ਦਿੱਤੀ ਜਾਣੀ ਚਾਹੀਦੀ ਆ ਕਿ ਇੰਨਾ ਏਰੀਆ ਦਰਿਆ ਦਾ, ਵੈਸੇ ਤਾਂ 1 to 1 ਦਰਿਆ ਦਾ ਹੀ ਏਰੀਆ, ਤੇ 1 to 1 ਤੇ 4-4 ਕਿਲੋਮੀਟਰ ਤੱਕ ਲਹਿਲਾ ਰੌਂਦੀਆਂ ਫਸਲਾਂ ਖੜੀਆਂ ਆ। ਇਸ ਤਰ੍ਹਾਂ ਹੀ ਆ ਤੇ ਉਹ ਸਾਰਾ ਪਾਣੀ ਦਾ ਵਹਾਅ ਹੀ ਆ ਫਿਰ। ਇਸ ਕਰਕੇ ਸਾਡੇ ਵੀਰਾਂ ਨੂੰ ਵੀ ਚਾਹੀਦਾ ਵਾ, ਜਿਨ੍ਹਾਂ ਕੋਲ ਇਹ ਆ, ਕਿ ਹਰ ਸਾਲ ਆਪਣਾ ਆਰਥਿਕ ਨੁਕਸਾਨ ਕਰਾਉਣ ਨਾਲੋਂ ਅਸੀਂ ਫਸਲਾਂ ਵੀ ਬੀਜਦੇ ਹਾਂ, ਉਹਦੇ ਵਿੱਚ ਸਾਰਾ ਕੁਝ ਕਰਦੇ ਹਾਂ, ਹਰ ਸਾਲ ਅਸੀਂ ਫਿਰ ਸਾਡੀਆਂ ਸਰਕਾਰਾਂ ਉਹ ਤੇ ਮੁਆਵਜ਼ੇ ਦਿੰਦੀਆਂ ਤਾਂ ਹੈ ਨਹੀਂ, ਕਹਿੰਦੀਆਂ ਆ, ਅਨਾਉਂਸ ਕਰਦੀਆਂ ਆ, ਜੇ ਕਿਤੇ ਦੇਣੇ ਪੈਂਦੇ ਆ। ਪਰ ਇਹਦਾ ਇੱਕੋ ਇੱਕ ਹੱਲ ਆ, ਦਰਿਆ ਦੀ ਜ਼ਮੀਨ ਦਰਿਆ ਨੂੰ ਦਿੱਤੀ ਜਾਵੇ ਤੇ ਉਹਦਾ ਸਹੀ ਜਿਹੜਾ ਉਹਦਾ ਪੈਸਾ ਆਉਂਦਾ ਆ ਦਰਿਆ ਦੀ ਸਾਂਭ ਸੰਭਾਲ ਦਾ, ਉਹ ਉਹਦੇ ਉੱਤੇ ਲੱਗਣਾ ਚਾਹੀਦਾ, ਤਾਂ ਕਿ ਜਿਹੜਾ ਇੱਕਦਮ ਬੋਝ ਪੈਣ ਦੇ ਨਾਲੋਂ ਹੌਲੀ ਹੌਲੀ ਉਹਨੂੰ ਕੰਟੀਨਿਊ ਕਰਦੇ ਰਹਿਣਾ ਚਾਹੀਦਾ ਵਾ। ਬਿਲਕੁਲ ਜੀ। ਸੁਖਜੀਤ ਸਿੰਘ ਖੋਸਾ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ, ਕਿਉਂਕਿ ਤੁਸੀਂ ਜਿਹੜੇ ਮੁੱਦੇ ਲੈ ਕੇ ਆਉਂਦੇ ਹੋ ਇਹ ਗਰਾਊਂਡ ਜ਼ੀਰੋ ਦੇ ਮੁੱਦੇ ਹੁੰਦੇ ਆ। ਤੁਹਾਡਾ ਦਰਿਆ ਦਾ ਇਲਾਕਾ ਆ, ਤੁਸੀਂ ਦਰਿਆ ਨੂੰ ਵੇਖਦੇ ਹੋ, ਤੁਸੀਂ ਫਸਲਾਂ ਵਿੱਚ ਦੇਖਦੇ ਹੋ, ਸਭ ਕੁਝ ਦੇਖਣ ਤੋਂ ਬਾਅਦ ਆ ਕੇ ਬੋਲਦੇ ਹੋ। ਇਹ ਚੀਜ਼ਾਂ ਬਿਲਕੁਲ ਅੱਗੇ ਕਰਨੀਆਂ ਜ਼ਰੂਰੀ ਨੇ। ਖੋਜ ਤੁਸੀਂ ਕੀਤੀ ਹੈ, ਇਸ ਮਾਮਲੇ ਨੂੰ ਚੈਨਲ ਦੇ ਰਾਹੀਂ ਪੂਰੇ ਵਰਲਡ ਤੱਕ ਅਸੀਂ ਲੈ ਕੇ ਜਾ ਰਹੇ ਹਾਂ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਵੀ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਇਸ ਵੀਰ ਸੁਖਜੀਤ ਸਿੰਘ ਜੀ ਖੋਸਾ, ਜਿਨ੍ਹਾਂ ਨੇ ਬੜੇ ਸੁੰਦਰ ਢੰਗ ਨਾਲ ਦੱਸਿਆ ਕਿ ਦਰਿਆ ਦੀ ਆਪਣੀ ਜ਼ਮੀਨ ਨਹੀਂ ਹੈ, ਪਰ ਕਿਸੇ ਦਿਨ ਅਸੀਂ ਅਕਾਲ ਚੈਨਲ ਦੀ ਸਮੁੱਚੀ ਟੀਮ ਲੈ ਕੇ ਦਰਿਆ ਤੇ ਜਾਵਾਂਗੇ, ਜਾ ਕੇ ਦੇਖਾਂਗੇ ਵੀ ਦਰਿਆ ਦੀ ਜ਼ਮੀਨ ਕਿੱਥੇ ਚਲੀ ਗਈ। ਉੱਚ ਅਧਿਕਾਰੀਆਂ ਦੇ ਨਾਲ ਵੀ ਮਿਲਾਂਗੇ ਤੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਾਂਗੇ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।